ਰੇਡੀਓ ਇੰਡੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਹਾਰਦਿਕ ਸਵਾਗਤ। ਮੇਰੇ ਯਾਨੀ ਬਲਦੇਵ ਸਿੰਘ ਭਾਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 604 592 9191। ਸੋ ਆਓ ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ, ਫਿਰ ਪੜਾ ਦਰ ਪੜਾ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਜੀ। ਡਾਕਟਰ ਸਾਹਿਬ, ਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ ਨੇ ਕੈਨੇਡਾ ਦੇ ਅਸਥਾਈ ਵਿਦੇਸ਼ੀ ਜਿਹੜੇ ਕਾਮੇ ਹੈ ਉਹਨਾਂ ਦੇ ਪ੍ਰੋਗਰਾਮ ਨੂੰ ਸਮਕਾਲੀ ਗੁਲਾਮੀ ਦੀ ਵਿਦਾਇਸ਼ ਨਾਲ ਉਹਨਾਂ ਦੀ ਤੁਲਨਾ ਕੀਤੀ ਹੈ, ਉਹਦਾ ਆਧਾਰ ਦੱਸਿਆ, ਇਹਦੀ ਨਿੰਦਾ ਕੀਤੀ ਹੈ ਜੀ। ਯੂਨਾਈਟਿਡ ਨੇਸ਼ਨਜ਼ ਵੱਲੋਂ ਸਪੈਸ਼ਲ ਰੈਪੋਰਟਰ ਦੇ ਤੌਰ ਤੇ ਆਏ ਸੀ ਇੱਥੇ ਜੀ, ਕਿਉਂਕਿ ਪਿੱਛੇ ਜਿਹੇ ਅੰਟੇਰੀਓ ਦੀ ਅਸੀਂ ਗੱਲ ਵੀ ਕੀਤੀ ਸੀ ਕਿ ਅੰਟੇਰੀਓ ਦੇ ਵਿੱਚ ਇੱਕ ਜਮੈਕਾ ਤੋਂ ਜਿਹੜੇ ਵਰਕਰਸ ਆਏ ਸੀ ਫਾਰਮ ਤੇ, ਹਾਂਜੀ ਹਾਂਜੀ, ਉਹਨਾਂ ਨੇ ਆਪਣੀਆਂ ਸੋਸ਼ਲ ਮੀਡੀਆ ਤੇ ਪਿਕਚਰਸ ਵਗੈਰਾ ਵੀ ਜਾਰੀ ਕੀਤੀਆਂ ਸੀ ਵੀ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਰਹਿੰਦੇ ਆ, ਸਮੇਂ ਤੋਂ ਪਹਿਲਾਂ ਵਾਪਸ ਕਰਤੇ ਸੀ ਜਿਹੜੇ, ਤੇ ਉਹਨਾਂ ਨੂੰ ਫਿਰ ਉਹਨਾਂ ਦੇ EMPLOYER ਨੇ ਵਾਪਸ ਭੇਜ ਦਿੱਤਾ। ਹਾਲਾਂਕਿ ਕੈਨੇਡੀਅਨ ਸਰਕਾਰ ਅਜੇ ਤੱਕ ਵੀ ਇਹ ਕਹਿੰਦੀ ਆ ਵੀ ਜਿਹੜੇ ਵਰਕਰ ਟੈਂਪਰੇਰੀ ਵੀ ਆਉਂਦੇ ਆ ਉਹਨਾਂ ਨੂੰ ਪੂਰੇ ਹੱਕ ਆ। ਹੱਕ ਕਿੰਨੇ ਕਿਹਾ ਉਹ ਸਾਨੂੰ ਪਤਾ ਲੱਗ ਗਿਆ ਜੀ, ਬਿਲਕੁਲ। ਜਿਹੜਾ ਕੋਈ ਕਿੰਤੂ ਪ੍ਰੰਤੂ ਕਰਦਾ ਉਹ ਵਾਪਸ ਭੇਜ ਦਿੰਦੇ ਆ। ਅੱਛਾ, ਵਾਪਸ ਭੇਜਿਆ ਇਹਨਾਂ ਦੀ ਸਰਕਾਰ ਨੇ, ਖੁਦ ਇਹਨਾਂ ਨੇ ਭੇਜੇ ਉਹ, ਤਾਂ ਮੁੜ ਕੇ ਕਰਦੇ ਆ ਸਾਨੂੰ ਪਤਾ ਹੀ ਕੋਈ ਨਹੀਂ ਸੀ। ਤੇ ਉਹ ਜਮੈਕਾ ਨੇ ਇਹ ਮਸਲਾ ਉਠਾਇਆ ਕਿਉਂਕਿ ਯੂਨਾਈਟਿਡ ਨੇਸ਼ਨਜ਼ ਦੇ ਵਿੱਚ ਜਦੋਂ ਵੀ ਤੁਸੀਂ ਮੈਂਬਰਸ਼ਿਪ ਲੈਂਦੇ ਆ ਸਾਰੇ ਦੇਸ਼ ਸਾਈਨ ਕਰਦੇ ਆ ਯੂਨੀਵਰਸਲ ਹਿਊਮਨ ਰਾਈਟਸ ਦਾ ਡਿਕਲੇਰੇਸ਼ਨ ਐਕਟ ਜੀ। ਉਹ ਜਦੋਂ ਯੂਨਾਈਟਿਡ ਨੇਸ਼ਨਜ਼ ਬਣੀ ਸੀ ਉਦੋਂ ਨਾਲ ਹੀ ਉਹਨਾਂ ਨੇ ਯੂਨੀਵਰਸਲ ਹਿਊਮਨ ਰਾਈਟਸ ਦਾ ਡਿਕਲੇਰੇਸ਼ਨ ਸਾਈਨ ਕੀਤਾ ਸੀ ਵੀ ਹਰ ਇੱਕ ਮੈਂਬਰ ਨੂੰ ਜਿਹੜੀ ਆ, ਕਿਉਂਕਿ ਜਰਮਨੀ ਨੇ ਜੋ ਕੁਝ ਕੀਤਾ ਵਰਲਡ ਵਾਰ 1 ਤੋਂ ਪਹਿਲਾਂ, ਵਰਲਡ ਵਾਰ 1 ਦੇ ਦੌਰਾਨ, ਵਰਲਡ ਵਾਰ 2 ਤੋਂ ਪਹਿਲਾਂ ਬਾਅਦ ਦੇ ਵਿੱਚ ਦੌਰਾਨ, ਉਹਦੇ ਮੱਦੇ ਨਜ਼ਰ ਉਹ ਕਹਿੰਦੇ ਸੀ ਵੀ ਜਿਹੜੇ ਹਿਊਮਨ ਰਾਈਟਸ ਬਹੁਤ ਇੰਪੋਰਟੈਂਟ ਚੀਜ਼ ਆ ਤੇ ਸਾਰੇ ਦੇਸ਼ ਜਿਹੜੇ ਸਾਨੂੰ ਜੁਆਇਨ ਕਰਨਗੇ ਉਹਨਾਂ ਨੂੰ ਇਹਦੀ ਰਿਸਪੈਕਟ ਕਰਨੀ ਪੈਣੀ ਹੈ ਜੀ। ਜੇ ਨਹੀਂ ਰਿਸਪੈਕਟ ਕਰਦੇ ਤੁਸੀਂ ਜੁਆਇਨ ਨਹੀਂ ਕਰਦੇ। ਸੋ ਯੂਨਾਈਟਿਡ ਨੇਸ਼ਨਜ਼ ਉਹਨਾਂ ਦੇ ਵਿੱਚ ਹਿਊਮਨ ਰਾਈਟਸ ਦੇ ਵਿੱਚ ਇੱਕ ਕਲੌਜ਼ ਇਹ ਵੀ ਆ ਕਿ ਜਿਹੜੀ ਸਲੇਵਰੀ ਆ ਇਹਨੂੰ ਅਬੋਲਿਸ਼ ਕੀਤਾ ਜਾਣਾ ਚਾਹੀਦਾ ਵੀ ਸਲੇਵਰੀ ਵਰਗੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। ਲੋਕਾਂ ਨੂੰ ਜੇ ਕੋਈ ਕੰਮ ਕਰਦਾ ਹੈ ਆਪਣੀ ਮਨਮਰਜ਼ੀ ਨਾਲ ਕਰਦਾ ਹੈ, ਨਹੀਂ ਕਰਦਾ ਤਾਂ ਨਹੀਂ। ਹਾਲਾਂਕਿ ਕਈ ਬੰਦੇ ਤਾਂ ਇਹ ਵੀ ਕਹਿੰਦੇ ਆ ਵੀ ਮਾਡਰਨ ਸਲੇਵਰੀ ਇਦਾਂ ਦੀ ਵੀ ਹੈ ਜਿਹੜਾ ਬੰਦਾ ਕੰਮ ਕਰਦਾ ਉਹ ਸਲੇਵ ਹੀ ਆ ਵੈਸੇ, ਕਿਉਂਕਿ ਉਹਦੇ ਤੋਂ ਦੂਜਾ ਉਹਦੀ ਚੁਆਇਸ ਇਹ ਹੁੰਦੀ ਹੈ ਭੁੱਖਾ ਮਰਨਾ ਕਿ ਕੰਮ ਕਰ। ਇਹ ਵੀ ਤਾਂ ਸਲੇਵਰੀ ਹੈ ਇੱਕ ਕਿਸਮ ਦੀ। ਪਰ ਜਿਹੜੀ ਪੁਰਾਣੀ ਕਿਸਮ ਦੀ ਸਲੇਵਰੀ ਜਿੱਦਾਂ ਕਾਲਿਆਂ ਨੂੰ ਸਲੇਵ ਬਣਾਇਆ ਜਾਂਦਾ ਸੀ, ਪਹਿਲਾਂ ਸਾਡੇ ਵੀ ਸਲੇਵਰੀ ਰਹੀ ਆ ਕਿ ਉਹ ਬੰਦਾ ਹਿੱਲ ਹੀ ਨਹੀਂ ਸਕਦਾ, ਕਿਸੇ ਹੋਰ ਦੇ ਕੋਲ ਜਾ ਹੀ ਨਹੀਂ ਸਕਦਾ, ਦੂਸਰਾ EMPLOYER ਹੈ ਹੀ ਨਹੀਂ। ਤਾਂ ਸਾਡਾ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆ ਉਹ ਵਾਕਿਆ ਹੀ ਉਹ ਸਲੇਵਰੀ ਦੀਆਂ ਜਿੰਨੀਆਂ ਵੀ ਕੰਡੀਸ਼ਨਸ ਪੂਰੀਆਂ ਕਰਦਾ ਹੈ। ਸਭ ਤੋਂ ਪਹਿਲਾਂ ਤੁਸੀਂ ਬੰਦਾ ਲੈ ਕੇ ਆਉਨੇ ਆ ਇੱਕ EMPLOYER ਦੇ ਨਾਲ ਖਾਸ ਤੌਰ ਤੇ ਕੰਮ ਕਰਨ ਨੂੰ, ਫਿਰ ਉਹ EMPLOYER ਉਹਨਾਂ ਤੇ ਕੰਡੀਸ਼ਨਸ ਲਾਉਂਦਾ ਵੀ ਆ ਇਦਾਂ ਇਦਾਂ ਤੁਸੀਂ ਕੰਮ ਕਰਨਾ ਹੈ। ਤੁਸੀਂ ਕਹਿੰਦੇ ਵੀ ਅਸੀਂ ਇੱਥੇ ਲੇਬਰ ਕੋਡ ਬਣਾਏ ਆ, ਇਹ ਅਪਲਾਈ ਹੁੰਦੇ ਆ। ਜਿਹੜੇ ਜਮੈਕਾ ਵਾਲੇ ਵਰਕਰ ਆ ਹੁਣ ਗਏ ਆ, ਇਦੋਂ ਪਹਿਲਾਂ ਵੀ ਜਾਂਦੇ ਰਹੇ ਆ। ਉਹਨਾਂ ਨੇ ਇਹ ਸਾਬਤ ਕਰਤਾ ਵੀ ਉਹ ਗੱਲਾਂ ਕਹਿਣ ਵਾਲੀਆਂ ਹੁੰਦੀਆਂ। ਸਭ ਤੋਂ ਵੱਡਾ ਥੱਪੜ ਇਸ ਗੱਲ ਕਰਕੇ ਲੱਗਾ ਕਿ ਜਿਹੜਾ UN ਹਿਊਮਨ ਰਾਈਟਸ ਡਿਕਲੇਰੇਸ਼ਨ ਆ ਉਹ ਇੱਕ ਕੈਨੇਡੀਅਨ ਨੇ ਲਿਖਿਆ ਆ। ਅੱਛਾ, ਜਿਹੜੀ ਉਹਦੀ ਲੌਬੀ ਕੀਤੀ ਸੀ ਉਹ ਤਾਂ ਪ੍ਰੈਜ਼ੀਡੈਂਟ ਰੂਜ਼ਵੈਲਟ ਦੀ ਵਾਈਫ ਹੁੰਦੀ ਸੀ ਐਲਨੋਰ, ਉਹਨੇ ਕੀਤੀ ਸੀ। ਉਹਨੇ ਆਪਣੇ ਮੋਢਿਆਂ ਤੇ ਕੀ ਕਹਿੰਦੇ ਹੁੰਦੇ ਆ ਭਾਰ ਰੱਖਿਆ, ਉਹ ਲੌਬੀ ਕੀਤੀ UN ਨੂੰ ਵੀ ਜੇ ਯੂਨਾਈਟਿਡ ਨੇਸ਼ਨਜ਼ ਬਣਨੀ ਆ ਤਾਂ ਆਹ ਸਭ ਤੋਂ ਪਹਿਲਾਂ UN ਜਿਹੜਾ ਹਿਊਮਨ ਰਾਈਟਸ ਡਿਕਲੇਰੇਸ਼ਨ ਆ ਇਹਨੂੰ ਪ੍ਰਾਇਮਰੀ ਰੱਖਿਆ ਜਾਵੇ।
ਤਾਂ ਪਰ ਲਿਖਿਆ ਜਿਹੜਾ ਸੀ ਉਹ ਕੈਨੇਡੀਅਨ ਪ੍ਰੋਫੈਸਰ ਨੇ ਲਿਖਿਆ ਹੈ ਕਿ ਨਹੀਂ। ਤੇ ਕੈਨੇਡੀਅਨ ਸਰਕਾਰ ਤੇ ਯੂਨਾਈਟਿਡ ਨੇਸ਼ਨਸ ਆ ਕੇ ਹੁਣ ਦੱਸ ਰਹੀ ਆ ਵੀ ਇਹ ਸਲੇਵਰੀ ਤੁਹਾਡੀ ਮਾਡਰਨ ਸਲੇਵਰੀ ਹੈ। ਹਾਂ ਬਿਲਕੁਲ। ਤੇ ਉਹ ਸਾਡੇ ਦਾ ਪ੍ਰਾਈਮ ਮਿਨਿਸਟਰ ਬੈਠਾ ਗਿਆ G20 ਨੂੰ ਅਟੈਂਡ ਕਰਨ ਗਏ, ਉਹਨਾਂ ਨੇ ਤਾਂ ਰਿਐਕਸ਼ਨ ਦੇਣਾ ਨਹੀਂ। ਸਰਕਾਰ ਨੇ ਸਾਡੀ ਨੇ ਕੁਝ ਨਹੀਂ ਕਿਹਾ ਅਜੇ ਤਾਈਂ। ਤੇ ਇਹਨਾਂ ਦੀ ਭਾਈਵਾਲ ਸਰਕਾਰ ਜਿਹੜੀ ਪਾਰਟੀ ਆ, ਜਗਮੀਤ ਸਿੰਘ ਨੂੰ ਕੱਲੀ ਗੱਲ ਪੰਜਾਬ ਦੀ ਪਤਾ ਹੁੰਦਾ, ਹਾਲਾਂਕਿ ਪੰਜਾਬ 'ਚ 7 ਦਿਨ ਨਹੀਂ ਰਹਿ ਸਕਦਾ ਇਹ ਬੰਦਾ। ਇਹਨੂੰ ਭੇਜ ਦਿਓ, ਇਹ ਤਾਂ 7 ਦਿਨ ਕੱਟ ਜਾਵੇ ਤਾਂ ਇਹਨੂੰ ਕਹਿ ਦੇਵੇ ਤੈਨੂੰ ਨਾਮ ਮਿਲਣਾ। ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਚੁੱਪ ਕਰਕੇ ਬੈਠੇ। ਇਹਨਾਂ ਦੀ ਭਾਈਵਾਲ ਸਰਕਾਰ ਨੇ ਸਭ ਕੁਝ ਕੀਤਾ ਹੈ। ਇਹਨਾਂ ਕੋਲ ਦੂਰ ਵਾਲੀ ਦੂਰ ਵੀ ਨਹੀਂ ਹੈ, ਇਕੱਲੀ ਨੇੜੇ ਵਾਲੀ ਨਹੀਂ ਕੰਮ ਕਰਦੀ। ਜੇ ਇਹਨਾਂ ਨੇ ਉਹਨਾਂ ਦੀ ਸਪੋਰਟ ਖਤਮ ਕਰਨੀ ਹੋਵੇ ਅੱਜ ਕਰ ਸਕਦੇ ਜੀ, ਕੱਲ ਇਲੈਕਸ਼ਨ ਹੋ ਸਕਦੀਆਂ। ਪਰ ਇਸ ਗੱਲ ਤੇ ਵਿਜਿਆ ਵੀ ਨਹੀਂ, ਅਸੀਂ ਉਹਨਾਂ ਦੀ ਸਪੋਰਟ ਕਰਨੀ ਹੈ। ਉਹ ਸਪੋਰਟ ਦਾ ਕਰਕੇ ਪਾਵਰ ਦੇ ਵਿੱਚ, ਨਹੀਂ ਤੇ ਜਸਟਨ ਟਰੂਡੋ ਕਦੋਂ ਦੇ ਜਾਂਦੇ ਲੱਗਣੇ ਸੀ। ਮਾਈਨੋਰਟੀ ਸਰਕਾਰ ਕੈਨੇਡਾ ਦੇ ਵਿੱਚ ਐਵਰੇਜ ਕੋਈ 18 ਮਹੀਨੇ ਕੱਟਦੀ ਹੁੰਦੀ ਸੀ ਜੀ। ਇਹ ਪਹਿਲੀ ਮਿਨੋਰਟੀ ਸਰਕਾਰ ਹੋਊਗੀ ਜਿਹੜੀ ਜਗਮੀਤ ਸਿੰਘ ਦਾ ਕਰਕੇ ਪੂਰੇ 4 ਸਾਲ ਦੇ ਟਰਮ ਪੂਰੀ ਕਰੂਗੀ। ਤੇ ਇਹਦੇ ਵਿੱਚ ਆ ਸਭ ਤੋਂ ਵੱਡੀ ਗੱਲ ਆ ਵੀ ਯੂਨਾਈਟਿਡ ਨੇਸ਼ਨਸ ਦੇ ਬੰਦੇ ਨੇ ਆ ਕੇ ਕਹਿਣਾ ਵੀ ਤੁਸੀਂ ਸਲੇਵਰੀ ਜਿਹੜੀ ਆ ਕਰਦੇ ਆ ਜੀ। ਸਲੇਵਰੀ ਦੇ ਜਿਹੜਾ ਸਾਰਾ ਹੀ ਪ੍ਰੋਗਰਾਮ ਆ ਇਹ 1974 ਚ ਸ਼ੁਰੂ ਕੀਤਾ ਸੀ। ਵੈਸੇ ਪੀਅਰ ਐਲੀਅਟ ਟਰੂਡੋ ਨੇ ਸ਼ੁਰੂ ਕੀਤਾ ਹੈ, ਜਿਨ੍ਹਾਂ ਨੂੰ ਬਹੁਤ ਵੱਡੇ ਮਹਾਨ ਸਮਝਦੇ ਆ। ਇਹ ਸਲੇਵਰੀ ਵਾਲਾ ਪ੍ਰੋਗਰਾਮ ਉਹਨਾਂ ਨੇ ਸ਼ੁਰੂ ਕੀਤਾ ਹੈ ਐਕਚੁਅਲੀ ਜੀ। ਸ਼ਰੇਆਮ ਇਹ ਤੇ ਗੱਲ ਹੁੰਦੀ ਆ ਕਿ ਤੁਸੀਂ ਫਿਰ ਤਾਂ ਇਹ ਸਪੁੱਤ ਹੋਇਆ ਜੀ, ਜਿਹੜਾ ਪਹਿਰਾ ਦੇ ਰਿਹਾ ਉੱਤੇ, ਇਹ ਉਹਨਾਂ ਦੇ ਪਹਿਰਾ ਦੇ ਰਿਹਾ। ਸਾਰੀਆਂ ਆਪਣੇ ਜਿੰਨੀਆਂ ਵੀ ਪਾਰਟੀਆਂ ਆ ਸਾਰੀਆਂ ਉਹ ਤੇ ਪਹਿਰਾ ਦਿੰਦੀਆਂ, ਜਿੰਨੀਆਂ ਵੀ ਗਵਰਨਮੈਂਟਸ ਆਈਆਂ ਸਾਰੀਆਂ ਪਹਿਰਾ ਦਿੰਦੀਆਂ, ਕਿਉਂਕਿ EMPLOYERS ਨੇ ਨੂੰ ਇਹ ਸਭ ਤੋਂ ਵਧੀਆ ਪ੍ਰੋਗਰਾਮ ਹੈ। ਤੁਸੀਂ ਜੇ EMPLOYERS ਦਾ ਸਰਵੇ ਕਰਕੇ ਦੇਖੋ, ਉਹ ਨਹੀਂ ਚਾਹਣਗੇ ਕਿ ਕੈਨੇਡੀਅਨ ਵਰਕਰਸ ਹੋਣ ਸਾਡੇ ਕੋਲ ਜਿਨ੍ਹਾਂ ਨੂੰ ਹੱਕਾਂ ਦਾ ਪਤਾ ਆ, ਜਿਹੜੇ ਯੂਨੀਅਨਾਈਜ਼ ਹੋ ਜਾਂਦੇ ਆ, ਜਿਹੜੇ ਤੁਹਾਨੂੰ ਕੋਰਟ ਦੇ ਵਿੱਚ ਲਿਜਾ ਸਕਦੇ ਆ। ਹਾਲਾਂਕਿ ਲਿਜਾਂਦੇ ਨਹੀਂ, ਹਰ ਜਿਹੜਾ ਵਰਕਰ ਆ ਉਹ ਤਾਂ ਕੰਮ ਹੀ ਕਰਦਾ ਵੈਸੇ ਨਾਰਮਲੀ ਦਾ। ਪਰ ਜੇ ਤੁਸੀਂ ਉਹਨੂੰ ਕਹਿੰਦੇ ਹੁੰਦੇ ਬਹੁਤੇ ਵਧੀਕੀ ਕਰੋਗੇ, ਉਹਨੂੰ ਕੰਧ ਨਾਲ ਧੱਕੀ ਜਾਓਗੇ, ਤਾਂ ਫਿਰ ਉਹਦਾ ਰਿਐਕਸ਼ਨ ਇਹ ਹੋਊਗਾ ਵੀ ਉਹ ਤੁਹਾਨੂੰ ਕੋਰਟ ਦੇ ਵਿੱਚ ਘਸੀਟੂਗਾ ਤੇ ਉਹ ਆਰਗੇਨਾਈਜ਼ ਕਰਨਗੇ, ਆਪਣੇ ਹੱਕਾਂ ਦੀ ਗੱਲ ਕਰਨਗੇ। ਤਾਂ ਸਰਕਾਰਾਂ ਨੂੰ ਥੋੜਾ ਜਿਹਾ ਸੁਣਨਾ ਹੀ ਪੈਂਦਾ ਕਿਉਂਕਿ ਇਹਨਾਂ ਲੋਕਾਂ ਦੀ ਵੋਟ ਵੀ ਹੈਗੀ ਹੈ। ਆ ਜਿਹੜੇ ਬੰਦੇ ਆਏ ਆ ਬਾਹਰੋਂ, ਇਹਨਾਂ ਦੇ ਕੋਲ ਤਾਂ ਕੱਖ ਵੀ ਹੈ ਨਹੀਂ, ਕੱਖ ਵੀ ਨਹੀਂ। ਇਹ ਤਾਂ ਪੱਕੀ ਸਲੇਵਰੀ ਹੈ ਨਾ। ਜਿੱਦਾਂ ਪਹਿਲਾਂ ਕਾਲਿਆਂ ਨੂੰ ਲੈ ਕੇ ਆਉਂਦੇ ਹੁੰਦੇ ਸੀ, ਨਿਲਾਮੀ ਕਰਦੇ ਹੁੰਦੇ ਸੀ ਉਹਨਾਂ ਦੀ, ਵੀ ਤਕੜੇ ਕਾਲੇ ਦੀ ਜ਼ਿਆਦਾ ਕੀਮਤ ਮਿਲਣੀ ਆ, ਮਾੜੇ ਦੀ ਥੋੜੀ ਘੱਟ ਮਿਲਣੀ ਆ। ਉਸ ਸਲੇਵਰੀ ਦੇ ਖਿਲਾਫ ਤੁਸੀਂ ਕਿਤਾਬਾਂ ਪੜ੍ਹਦੇ ਆ, ਸਰਕਾਰ ਜਾਊਗੀ, ਆਪਣੇ ਟਰੂਡੋ ਸਾਹਿਬ ਜਾਣਗੇ, ਕਿਤੇ ਨਾ ਕਿਤੇ ਲੋਕਾਂ ਨੂੰ ਲੈਕਚਰ ਦੇਣਗੇ ਵੀ ਆਹ ਸਲੇਵਰੀ ਨਹੀਂ ਹੋਣੀ ਚਾਹੀਦੀ, ਆਹ ਨਹੀਂ ਹੋਣੀ ਚਾਹੀਦੀ। ਖੁਦ ਉਹਨਾਂ ਦੀ ਸਰਕਾਰ ਇਹ ਸਲੇਵਰੀ ਕਰ ਰਹੀ ਹੈ। ਔਰ ਕਦੋਂ ਦੀ ਚੱਲ ਰਹੀ ਆ, ਇਹ ਅੱਜ ਦੀ ਨਹੀਂ ਚੱਲ ਰਹੀ ਆ ਜੀ। 26 ਤੇ 23 ਕਿੰਨੇ ਹੋ ਗਏ, 59 ਸਾਲ ਹੋ ਗਏ ਪ੍ਰੋਗਰਾਮ ਨੂੰ। ਤੇ ਜਦੋਂ ਉਹਨਾਂ ਨੇ, ਜੇ ਇਹ ਕਿਸੇ ਨੇ ਇਸ਼ੂ ਨਹੀਂ ਸੀ ਉਠਾਉਣੀ, ਜੇ ਜਮੈਕਾ ਵਾਲੀ ਸਰਕਾਰ ਨਾ ਉਠਾਉਂਦੀ ਤਾਂ ਜੀ ਬਿਲਕੁਲ। ਅੱਛਾ, ਉਹਨਾਂ ਨੂੰ ਉਠਾਉਣੀ ਪਈ ਕਿਉਂਕਿ ਉਹਨਾਂ ਨੇ, ਜਦੋਂ ਅਸੀਂ ਟੈਂਪਰੇਰੀ ਵਰਕਰਸ ਕੈਰੀਬੀਅਨ ਤੋਂ ਮੰਗਾਉਂਦੇ ਆ ਨਾ, ਉਹ ਫਿਰ ਸਰਕਾਰ ਦੇ ਥਰੂ ਆਉਂਦੇ ਆ ਜੀ। ਜੇ ਵਰਕਰਸ ਪੰਜਾਬ ਤੋਂ ਆਏ ਹੁੰਦੇ, ਹੋਰ ਜਗ੍ਹਾ ਤੋਂ ਆਏ ਹੁੰਦੇ, ਤਾਂ ਫੇਰ ਇਹਨਾਂ ਨੂੰ ਕਿਸੇ ਨੇ ਪੁੱਛਣਾ ਸੀ, ਕਿਉਂਕਿ ਰਿਪੋਰਟ ਕਰ ਦਿੱਤੇ ਕਿਉਂਕਿ ਸਾਡੇ ਤਾਂ ਏਜੰਟਾਂ ਨੇ ਪੈਸੇ ਲਏ ਹੋਣੇ, ਉਹਨਾਂ ਨੇ ਭੇਜ ਦਿੱਤੇ, ਕਹਿੰਦੇ ਵੀ ਠੀਕ ਹੈ ਤਾਂ ਅੰਟੇਰੀਓ ਤੋਂ ਮੁੜਿਆ ਇਹ ਪਤਾ ਨਹੀਂ ਕਿਉਂ ਮੁੜਿਆ, ਜਦੋਂ ਹੀ ਫਿੱਟ ਦਾ ਨਾਂ ਸੀ। ਇਹ ਤਾਂ ਉਹਨਾਂ ਦੀ ਸਰਕਾਰ ਨੇ ਭੇਜੇ ਕਰਕੇ। ਤੇ ਜਦੋਂ ਵਾਪਸ ਗਏ ਆ ਤੇ ਉਹਨਾਂ ਨੇ ਉਹਨੂੰ ਸਰਕਾਰ ਤੇ ਚੱਲੇ, ਸਰਕਾਰ ਦਾ ਭਰੋਸਾ ਜਿਹੜਾ ਗਵਾਜਦਾ ਹੈ। ਸਵਾਲ ਵੀ ਕੀਤੇ ਹੋਣੇ ਵੀ ਤੁਸੀਂ ਦੱਸੋ, ਸਾਨੂੰ ਭੇਜਿਆ ਜਿੱਥੇ, ਉੱਥੇ ਤਾਂ ਸਲੇਵਰੀ ਹੈ। ਜੋ ਉਹਨਾਂ ਨੇ ਕੰਡੀਸ਼ਨ ਦਿਖਾੜੀਆਂ, ਉਹਨਾਂ ਨੇ ਜੋ ਫੋਟੋ ਆਈਆਂ, ਉਹਨਾਂ ਨੇ ਵੀਡੀਓਜ਼ ਉੱਥੋਂ ਕੱਢੀਆਂ ਜਿੱਥੇ ਰਹਿੰਦੇ ਸੀ, ਉਹ ਵਾਕਿਆ ਹੀ ਦੇਖ ਕੇ ਇਦਾਂ ਲੱਗਦਾ ਵੀ ਸਲੇਵਸ ਵੀ ਸ਼ਾਇਦ ਚੰਗੇ ਰਹਿੰਦੇ ਹੋਣ। ਕਿਉਂਕਿ ਸਪਾਰਟਕਸ ਕਹਿੰਦਾ ਹੁੰਦਾ ਸੀ ਵੀ ਇੱਕ ਗ੍ਰੀਕ ਸਲੇਵ ਦਾ ਲੀਡਰ ਹੁੰਦਾ, ਸਲੇਵ ਦਾ ਉਹ ਜੀ, ਗੁਲਾਮਾਂ ਦਾ।
ਤੇ ਉਹ ਕਹਿੰਦਾ ਹੁੰਦਾ ਵੀ ਸਾਨੂੰ ਫੂਡ ਤੁਸੀਂ ਇਸ ਕਰਕੇ ਨਹੀਂ ਦਿੰਦੇ ਵੀ ਅਸੀਂ ਰਹਿਣਾ ਆ, ਸਾਨੂੰ ਫੂਡ ਤੁਸੀਂ ਇਸ ਕਰਕੇ ਦਿੰਨੇ ਆ ਵੀ ਅਸੀਂ ਜੀਣਾ ਤਾਂ ਤੁਹਾਡੇ ਲਈ ਕੰਮ ਕਰਾਂਗੇ। ਹਾਂ, ਜਿਉਂਦਾ ਰੱਖਣ ਵਾਸਤੇ ਕਰ ਰਹੇ ਹੋ ਇਹ ਈਜਿਪਟ ਦੇ ਵਿੱਚ ਉਹਨਾਂ ਨੇ ਡਾਈਟ ਦੇ ਨਾਲ ਨਾ ਉਹਨਾਂ ਤੇ ਲਿਖਿਆ ਹੁੰਦਾ ਸੀ ਵੀ ਹਰ ਇੱਕ ਸਲੇਵ ਨੂੰ ਲਸਣ ਦੀ ਗੰਢੀ ਜ਼ਰੂਰ ਦੇਣੀ ਹੈ। ਉਹ ਇਸ ਕਰਕੇ ਦਿੰਦੇ ਸੀ ਕਿ ਸਲੇਵ ਜਿਹੜਾ ਬਿਮਾਰ ਨਾ ਹੋ ਜਾਵੇ, ਲਸਣ ਉਹਨਾਂ ਨੂੰ ਕਾਇਮ ਰੱਖੂਗਾ ਜੀ। ਇਸ ਕਰਕੇ ਨਹੀਂ ਵੀ ਉਹਨਾਂ ਦੀ ਸਿਹਤ ਕੋਈ ਸਿਹਤ ਸੰਬੰਧੀ ਫਿਕਰ ਸੀ ਉਹਨਾਂ ਨੂੰ, ਮਸ਼ੀਨ ਚੱਲਦੀ ਰਹਿਣੀ ਚਾਹੀਦੀ, ਇਸ ਗੱਲ ਸੀ ਵੀ ਸਲੇਵ ਉਹੀ ਚੰਗਾ ਆ ਜਿਹੜਾ ਕੰਮ ਕਰਦਾ, ਬਿਲਕੁਲ। ਜੇ ਸਲੇਵ ਕੰਮ ਨਹੀਂ ਕਰਦਾ ਤਾਂ ਫਿਰ ਉਹਦਾ ਫਾਇਦਾ ਕੀ ਹੈ? ਫਾਇਦਾ ਕੀ ਹੋਇਆ? ਇਸੇ ਗੱਲ ਤੇ ਸਪਾਰਟਕਸ ਨੇ ਇੱਕ ਹੋਰ ਗੱਲ ਕਹਿੰਦਾ, ਤੁਸੀਂ ਸਾਨੂੰ ਮਾਰਦੇ ਤਾਂ ਨਹੀਂ ਕਿਉਂਕਿ ਜਿਉਂਦੇ ਅਸੀਂ ਤੁਹਾਡੇ ਕੰਮ ਦੇ ਹਾਂ, ਜਿੱਦਣ ਮਰ ਗਏ ਸਾਨੂੰ ਆਜ਼ਾਦੀ ਮਿਲ ਜਾਣੀ। ਬਿਲਕੁਲ, ਤੁਹਾਡੇ ਤੇ ਬੋਝ ਵੱਧ ਜਾਣਾ। ਉਹਨੂੰ ਜੱਜ ਨੇ ਮੈਜਿਸਟ੍ਰੇਟ ਨੇ ਪੁੱਛਿਆ ਵੀ ਤੂੰ ਗੁਲਾਮਾਂ ਨੂੰ ਇਕੱਠੇ ਕਰੀ ਫਿਰਦਾ ਆ, ਬਗਾਵਤ ਕੀਤੀ ਆ, ਤੈਨੂੰ ਮਾਰ ਦੇਣਗੇ, ਤੈਨੂੰ ਡਰ ਨਹੀਂ ਲੱਗਾ? ਉਹਨੇ ਬੜਾ ਵਧੀਆ ਜਵਾਬ ਦਿੱਤਾ। ਉਹ ਕਹਿੰਦਾ ਵੀ ਇਹ ਮੌਤ ਦੇ ਕੋਲੋਂ ਬੰਦੇ ਡਰਦੇ ਹੁੰਦੇ ਆ ਵੀ ਜਿਹੜੇ ਇੱਥੇ ਐਸ਼ ਪ੍ਰਸਤੀ ਕਰਦੇ ਆ। ਕਹਿੰਦਾ ਇਹਨਾਂ ਨੇ ਤਾਂ ਐਸ਼ ਜਿਹੜੀ ਕਰਦੇ ਆ, ਵਿਹਲੇ ਬੈਠੇ ਆ ਕਿ ਨਹਾ ਲਿਆ, ਗੱਪਾਂ ਮਾਰ ਲਈਆਂ, ਸਤਰੰਜ ਖੇਲ ਲਈ, ਇਹਨਾਂ ਬੰਦਿਆਂ ਨੂੰ ਕਹਿੰਦਾ ਡਰ ਲੱਗਦਾ ਵੀ ਆਹ ਲਾਈਫ ਜਿਹੜੀ ਸਾਡੇ ਹੱਥੋਂ ਚੱਲ ਜਾਣੀ। ਕਹਿੰਦਾ ਸਾਨੂੰ ਸਵੇਰ ਤੋਂ ਪੈਰਾਂ ਦੇ ਵਿੱਚ ਉਹਨਾਂ ਦੇ ਪਾਉਂਦੇ ਹੁੰਦੇ ਸੀ ਪੱਥਰ ਵੀ ਨੱਠ ਨਾ ਜਾਵੇ ਸਲੇਵ, ਵੀ ਉਹ ਖੱਤਿਆਂ 'ਚ ਛੱਡ ਦਿੰਦੇ ਆ, ਸ਼ਾਮ ਤਾਈਂ ਅਸੀਂ ਕੰਮ ਕਰਦੇ ਆ, ਖਾਣਾ ਉਨਾ ਹੀ ਦਿੰਦੇ ਆ ਜਿੰਨਾ ਕਿ ਨਾਲ ਅਸੀਂ ਜਿਉਂਦੇ ਰਹਿ ਸਕੀਏ। ਤੇ ਦੱਸੋ ਵੀ ਸਾਡੇ ਲਈ ਤਾਂ ਮੌਤ ਜਿਹੜੀ ਆ ਆਜ਼ਾਦੀ ਆ। ਮੈਂ ਤਾਂ ਹੱਸਦਾ ਆ ਮੌਤ ਤੇ ਵੀ ਮੈਨੂੰ ਇਹਦੀ ਇੱਥੋਂ ਆਜ਼ਾਦੀ ਦਿਸਦੀ ਹੈ, ਇਸ ਕਰਕੇ ਮੈਂ ਬਗਾਵਤ ਕੀਤੀ ਹੈ। ਮੌਤ ਤੋਂ ਡਰਦੇ ਆ ਤੁਸੀਂ, ਅਸੀਂ ਨਹੀਂ ਡਰਦੇ। ਬੜਾ ਚੰਗਾ ਜਵਾਬ ਦਿੱਤਾ, ਬੜਾ ਵਧੀਆ ਜਵਾਬ। ਸੋ ਇਹਨਾਂ ਸਲੇਵਸ ਨੂੰ ਜਿਹੜੇ ਬੰਦੇ ਲਿਆਉਂਦੇ ਆ, ਜੇ ਉਹਨਾਂ ਨੇ ਆਪਣੇ ਆਪ ਨੂੰ ਕਦੇ ਕਹਿੰਦੇ ਹੁੰਦੇ ਆ ਉਹਦੀ ਜੁੱਤੀ ਦੇ ਵਿੱਚ ਪਾ ਕੇ ਦੇਖੋ ਨਾ ਵੀ ਜੇ ਸਾਡੇ ਨਾਲ ਇਹ ਹੋਵੇ ਤਾਂ ਸਾਡਾ ਕੀ ਹਾਲ ਹੋਵੇ, ਉਹ ਕਦੇ ਸੋਚਦੇ ਨਹੀਂ। ਸਮੱਸਿਆ ਦਾ ਪਤਾ ਲੱਗ ਜਾਂਦਾ। ਪਰ ਸਲੇਵਰੀ ਜਿਹੜੀ ਆ ਮਾਡਰਨ ਕੈਨੇਡਾ ਦੇ ਵਿੱਚ ਹੈਗੀ ਜੀ। ਡਾਕਟਰ ਸਾਹਿਬ, ਇੱਕ ਔਰਤ ਜਿਹੜੀ ਦਰਦ ਨਾਲ ਕਰਾ ਰਹੀ ਹੈ, ਕਮਰ ਰਿਪਲੇਸਮੈਂਟ ਦੀ ਸਰਜਰੀ ਲਈ ਉਡੀਕਦਿਆਂ ਉਹਨੂੰ ਕਈ ਮਹੀਨੇ ਹੋ ਗਏ, ਪਰ ਉਹਨੂੰ ਕਾਲ ਨਹੀਂ ਆਈ ਜੀ ਹਜੇ ਤਾਈਂ। ਹੁਣ ਦੇਖੋ ਇੱਥੇ ਜਿਹੜੀ ਪ੍ਰਾਈਵੇਟ ਅਸੀਂ ਕਹਿੰਦੇ ਆ ਵੀ ਸਾਡਾ ਤਾਂ ਪਬਲਿਕ ਸਿਸਟਮ ਹੈ ਨਾ ਜੀ, ਇਹ ਮਿਥ ਕ੍ਰੀਏਟ ਕੀਤੀ ਹੈ ਵੀ ਸਾਡਾ ਪਬਲਿਕ ਸਿਸਟਮ ਹੈ ਜੀ। ਬਹੁਤ ਪ੍ਰਾਈਵੇਟ ਸਰਜਰੀਜ਼ ਹੋ ਰਹੀਆਂ ਕਿਉਂਕਿ ਲੋਕੀ ਇੰਨਾ ਚਿਰ ਇੰਤਜ਼ਾਰ ਨਹੀਂ ਕਰ ਸਕਦੇ। ਬਿਲਕੁਲ। ਇਸ ਔਰਤ ਦੀ ਵੀ ਗੱਲ ਕੀਤੀ ਉਹਨੇ, ਕਹਿੰਦੀ ਕਿ ਹਿਪ ਰਿਪਲੇਸਮੈਂਟ ਸਰਜਰੀ ਕਰਾਉਣੀ ਸੀ। ਹੁਣ ਜਿਨ੍ਹਾਂ ਨੂੰ ਜੇ ਤੁਸੀਂ ਉਹਨੂੰ ਦੱਸੀ ਜਾਓਗੇ ਤੁਹਾਡੀ 3 ਮਹੀਨਿਆਂ ਬਾਅਦ ਵਾਰੀ ਆਉਣੀ ਆ, 6 ਮਹੀਨਿਆਂ ਬਾਅਦ ਵਾਰੀ ਆਉਣੀ ਆ। ਜਿਹੜਾ ਇਨਸਾਨ ਆ ਹਰ ਰੋਜ਼ ਦਰਦ ਦੇ ਨਾਲ ਉਹਦੇ ਸੌ ਨਹੀਂ ਸਕਦਾ, ਉਹਦੇ ਲਈ ਤਾਂ ਇੱਕ ਦਿਨ ਕੱਟਣਾ ਮੁਸ਼ਕਲ ਹੋ ਜਾਂਦਾ। ਤੁਹਾਡੇ ਲਈ ਤਾਂ ਅੰਕੜੇ ਆ ਨਾ, ਏਡਰੀਅਨ ਡੈਕਸ ਲਈ ਤਾਂ ਇਹ ਅੰਕੜੇ ਆ ਵੀ ਇਹ ਬੰਦਾ, ਇਹਦਾ ਇੰਨਾ ਇੰਸ਼ੋਰੈਂਸ ਨੰਬਰ ਹੈ, ਇੰਨਾ ਮੈਡੀਕਲ ਨੰਬਰ ਹੈ, ਇਹਨੂੰ ਮਿਲੀ ਨਹੀਂ। ਉਹ ਤਾਂ ਮਜ਼ੇ ਨਾਲ ਲੈ ਕੇ ਬੈਠਾ ਆ, ਟੁੱਟੀ ਡਿਗਰੀ ਦੇ ਨਾਲ ਮੰਤਰੀ ਬਣਿਆ ਆ। ਅੱਛਾ, ਇਹਨਾਂ ਬੰਦਿਆਂ ਨੂੰ ਪੁੱਛਿਆ ਜਾਵੇ ਵੀ ਸਾਡੀ ਜਿਹੜੀ ਲੋਕੀ ਸੁਣਦੇ ਆ, ਜਿਹੜੇ ਅੱਜ ਤੰਦਰੁਸਤ ਆ, ਵੀ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਭੇਜਿਆ ਜੀ, ਤੁਸੀਂ ਉਹਦਾ ਕਦੇ ਜਵਾਬ ਵੀ ਮੰਗਿਆ, ਇਹਨਾਂ ਦੇ ਕੋਲ ਕਦੇ ਸਵਾਲ ਵੀ ਕੀਤਾ? ਹਾਂ, ਜੇ ਉਹ ਤੁਹਾਨੂੰ ਮੰਤਰੀ ਮਿਲਦਾ ਸਾਰੇ ਬੰਦੇ ਜੀ ਨੱਠ ਕੇ ਜਾਣਗੇ ਫੋਟੋ ਖਿਚਾਉਣੀ ਹੈ। ਕਦੇ ਕੋਈ ਬੰਦਾ ਨਹੀਂ ਪੁੱਛਦਾ ਵੀ ਇੱਥੇ ਦੇਖੋ ਸਾਡੇ ਸਿਸਟਮ ਦੇ ਵਿੱਚ ਕੀ ਹੋ ਰਿਹਾ, ਵੀ ਇਹਦਾ ਜਵਾਬ ਹੈ ਤੁਹਾਡੇ ਦੇ ਕੋਲ ਜੀ। ਬਿਲਕੁਲ। ਜੇ ਇਦਾਂ ਪੁੱਛਣ ਲੱਪਣ ਤਾਂ ਫੇਰ ਐਕਚੁਅਲੀ ਕੁਝ ਕਰਨ ਵੀ ਹੈ, ਕਿਉਂਕਿ ਹਾਲੇ ਜਦੋਂ ਵੀ ਆਉਂਦੇ ਆ ਬੰਦੇ ਨੱਠੇ ਫਿਰਦੇ ਆ। ਖਾਸ ਤੌਰ ਤੇ ਪੰਜਾਬੀ ਕਮਿਊਨਿਟੀ ਤਾਂ ਬਹੁਤ ਹੀ ਮਾੜੀ ਆਦਤ ਹੈ ਨਾ, ਵੀ ਇਹਨਾਂ ਨੇ ਫੋਟੋ ਖਿਚਾ ਕੇ ਤੇ ਆਪਣੇ ਲਿਵਿੰਗ ਰੂਮ ਦੇ ਵਿੱਚ ਲਾਉਣੀ ਹੁੰਦੀ ਤੇ ਉਹ ਦਿਖਾਲਣੀ ਕਹਿੰਨੂੰ ਹਰੇਕ ਨੇ ਤਾਂ ਲਾਈ ਹੁੰਦੀ ਹੈ। ਬਿਲਕੁਲ। ਜਾਂ ਤਾਂ ਹੋਵੇ ਵੀ ਤੁਸੀਂ ਇਕੱਲੇ ਦੱਸੋ ਇੱਥੇ ਕਿਹੜਾ ਮੰਤਰੀ ਆ, ਕਿਹੜਾ ਪ੍ਰਾਈਮ ਮਿਨਿਸਟਰ ਆ ਜਿਹਦੇ ਨਾਲ ਫੋਟੋ ਖਿਚਾ ਦਈਏ। ਆਪਣੇ ਕੋਈ ਬੰਦਾ ਕਹਿ ਕੇ ਦਿਖਾੜੇ, ਇੱਥੇ ਮਿਲ ਜਾਂਦਾ, ਚਾਂਸ ਜ਼ਰੂਰ ਮਿਲ ਜਾਂਦਾ ਕਿਸੇ ਨੇ ਫੋਟੋ ਖਿਚਾਉਣ ਦਾ। ਜਾਂ ਤਾਂ ਹੋਵੇ ਵੀ ਕੋਈ ਤੁਸੀਂ ਸੂਰਜ ਤੇ ਜਾ ਕੇ ਆਏ ਤਾਂ ਬਾਕੀ ਨਹੀਂ ਬੰਦੇ ਜਾ ਕੇ ਆਏ। ਇਹ ਜੇ ਤੁਹਾਡੀ ਇੱਥੇ ਤਾਂ ਕੀਮਤ ਤੁਸੀਂ ਆਪਣੀ ਸੈਲਫ ਕੀਮਤ ਇੰਨੀ ਕੀ ਰੱਖੀ ਆ, ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡੇ ਨਾਲ ਕੀ ਹੋਣਾ, ਤੁਹਾਡੇ ਬੱਚਿਆਂ ਦੇ ਲਈ,
ਸਰੀ ਦੇ ਵਿੱਚ ਖਾਸ ਤੌਰ ਤੇ ਇੱਥੇ ਦੇਖਿਆ। ਔਰ ਕੱਲ ਦੀ ਰਿਪੋਰਟ ਅਸੀਂ ਗੱਲ ਕਰਦੇ ਸੀ ਕਿ ਸਾਰੇ ਹੀ ਕੈਨੇਡਾ ਦੇ ਵਿੱਚ ਟੀਚਰਸ ਹੈ ਨਹੀਂ, ਸਾਡੇ ਇੱਥੇ ਸਕੂਲ ਦੇ ਰੂਮਸ ਹੈ ਨਹੀਂ, ਸਾਡੇ ਹਸਪਤਾਲ ਦੇ ਵਿੱਚ ਕੀ ਕੁਛ ਹੋ ਰਿਹਾ। ਫਿਰ ਸਾਡੇ ਮੈਡੀਕਲ ਸਿਸਟਮ ਦੇ ਵਿੱਚ ਅਸੀਂ ਪੈਸੇ ਦਿੰਨੇ ਆ, ਜਦੋਂ ਸਾਡੀ ਤਨਖਾਹ ਆਉਂਦੀ ਹੈ ਜਾਂਦੇ ਲੱਗਦੇ ਆ ਜੀ, ਬਿਲਕੁਲ ਉਹ ਟੈਕਸ ਦਿੰਨੇ ਆ, ਉਹ ਪੈਸੇ ਦਿੰਨੇ ਆ ਤੁਸੀਂ ਕੋਲੋਂ। ਜਿਹੜਾ ਪਬਲਿਕ ਸਿਸਟਮ ਹੈ, ਪਬਲਿਕ ਸਿਸਟਮ ਦਾ ਮਤਲਬ ਇਹ ਨਹੀਂ ਹੈ ਵੀ ਉਹ ਕਿਤੇ ਚੋਰੀ ਕਰਕੇ ਲਿਆਉਂਦੇ ਸਾਨੂੰ ਸਾਡਾ ਸਿਸਟਮ ਫੰਡ ਕਰਦੇ ਆ। ਅਸੀਂ ਉਹ ਟੈਕਸ ਪੇਅਰ ਬੰਦੇ ਜਿਹੜੇ ਆ ਉਹ ਫੰਡ ਕਰਦੇ ਆ ਉਸ ਸਿਸਟਮ ਨੂੰ। ਹੁਣ ਇਸ ਔਰਤ ਨੇ ਸਾਰੀ ਉਮਰ ਫੰਡ ਕੀਤਾ ਹੋਣਾ, ਬਿਲਕੁਲ, ਜਿਹੜੀ ਕੰਮ ਕਰਦੀ ਹੈ। ਜਦੋਂ ਉਹਨੂੰ ਲੋੜ ਪਈ ਆ ਉਦੋਂ ਸਿਸਟਮ ਹੈ ਨਹੀਂਗਾ, ਉਹਦੇ ਲਈ ਤਾਂ ਮਰ ਗਿਆ ਨਾ ਸਿਸਟਮ। ਬਿਲਕੁਲ। ਜਿਹੜੇ ਬੰਦੇ ਐਮਰਜੈਂਸੀ ਦੇ ਵਿੱਚ ਜਾ ਕੇ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਏਡ ਨਹੀਂ ਮਿਲੀ, ਮੈਡੀਕਲ ਸਹਾਇਤਾ ਨਹੀਂ ਮਿਲੀ, ਤਾਂ ਉਹ ਉੱਥੇ ਵੇਟ ਕਰਦੇ ਕਰਦੇ ਮਰ ਗਏ। ਉਹਨਾਂ ਲਈ ਦੱਸੋ ਸਿਸਟਮ ਕਿਹੜਾ ਰਹਿ ਗਿਆ। ਪਰ ਬਾਕੀ ਬੰਦੇ ਇਸ ਕਰਕੇ ਬੈਠੇ ਆ ਵੀ ਅਸੀਂ ਅੱਜ ਤੰਦਰੁਸਤ ਆ। ਇੱਕ ਨਾ ਇੱਕ ਦਿਨ ਕਹਿੰਦੇ ਹੁੰਦੇ ਵੀ ਜ਼ਰੂਰ ਤੁਹਾਨੂੰ ਹਸਪਤਾਲ ਦੀ ਲੋੜ ਪੈਂਦੀ ਹੈ ਜੀ। ਤਾਂ ਮਿਲਟਰੀ ਕਹਿੰਦੇ ਹੁੰਦੇ ਵੀ ਤੁਹਾਨੂੰ ਹਥਿਆਰ ਰੱਖਣਾ ਚਾਹੀਦਾ ਕਿ ਵੀ ਜ਼ਿੰਦਗੀ 'ਚ ਇੱਕ ਦਿਨ ਉਹ ਦਿਨ ਆਉਂਦਾ ਜਿੱਦਣ ਤੁਹਾਨੂੰ ਸ਼ਾਇਦ ਲੋੜ ਪਵੇ, ਉਹਦੀ ਲੋੜ ਪਵੇ, ਬਿਲਕੁਲ, ਤੁਹਾਨੂੰ ਬਚਾਉਣ ਦੀ ਆਪਣੇ ਆਪ ਨੂੰ। ਤੇ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦਿਨ ਹਰ ਇੱਕ ਤੇ ਆ ਜਾਂਦਾ ਜਿੱਦਣ ਤੁਹਾਨੂੰ ਮੈਡੀਕਲ ਸਹੂਲਤ ਦੀ ਲੋੜ ਪੈਂਦੀ ਹੈ। ਜਦੋਂ ਇਹ ਬੰਦੇ ਜਾਣਗੇ ਹਸਪਤਾਲਾਂ ਦੇ ਵਿੱਚ ਤਾਂ ਫੇਰ ਆ ਕੇ ਗੱਲਾਂ ਕਰਨਗੇ ਵੀ ਉੱਥੇ ਆਹ ਹੈ ਨਹੀਂ, ਉੱਥੇ ਆਹ ਹੈ ਨਹੀਂ, ਸਾਨੂੰ ਇੱਥੇ ਨਹੀਂ ਲੈ ਗਏ, ਆਹ ਨਹੀਂ ਕੀਤਾ। ਜਾਂ ਜਿਹਨੂੰ ਕਿਤੇ ਸਰਜਰੀ ਦੀ ਲੋੜ ਪੈ ਗਈ, ਡੇ ਸਰਜਰੀ ਦੀ ਜੀ ਔਰਤ ਨੂੰ ਪਈ ਆ, ਉਹਨੂੰ ਦੱਸਣ ਲੱਗੇ ਹੋਣਗੇ ਕਿ ਤੂੰ 6 ਮਹੀਨੇ ਇੰਤਜ਼ਾਰ ਕਰ ਲਾ, 8 ਮਹੀਨੇ ਕਰ ਲਾ। ਜਿਹਨੂੰ ਅੱਜ ਪੇਨ ਹੋ ਰਹੀ ਆ ਉਹ ਦੱਸੋ 8 ਮਹੀਨੇ ਕਿੱਦਾਂ ਵੇਟ ਕਰੂਗੀ ਜੀ। ਬਿਲਕੁਲ। ਇੱਥੋਂ ਤੱਕ ਕਿ ਕੈਂਸਰ ਪੇਸ਼ੈਂਟਸ ਨੂੰ ਦੱਸ ਰਹੇ ਆ ਵੀ ਤੁਹਾਨੂੰ ਇੰਨਾ ਚਿਰ ਇੰਤਜ਼ਾਰ ਕਰਨਾ ਪਊਗਾ। ਹੁਣ ਕੈਂਸਰ ਪੇਸ਼ੈਂਟਸ ਦਾ ਇਹ ਪੱਕਾ ਪਤਾ ਆ ਕਿ ਕੈਂਸਰ ਜਿੰਨੀ ਅੱਜ ਆ ਇਹਨੇ ਕੱਲ ਨੂੰ ਵਧਣਾ, ਪਰਸੋਂ ਨੂੰ ਵਧਣਾ, ਚੌਥ ਨੂੰ ਵਧਣਾ। ਇਹਦਾ ਮਤਲਬ ਜੇ ਅੱਜ ਉਹਨੂੰ ਬਚਾਉਣ ਦੇ ਸਾਧਨ ਹੈਗੇ ਆ ਤੇ 6 ਮਹੀਨਿਆਂ ਬਾਅਦ ਨਹੀਂ ਹੋਣੇ। ਤੁਸੀਂ ਕਹੋਗੇ ਵੀ ਅਸੀਂ ਤਾਂ ਇਲਾਜ ਕੀਤਾ, ਬੰਦਾ ਬਚਿਆ ਹੀ ਨਹੀਂ। ਜਦੋਂ ਬਚਣਾ ਸੀ ਉਦੋਂ ਇਲਾਜ ਨਹੀਂ ਕੀਤਾ ਜੀ। ਇਸ਼ੂ ਹੈਗੀ ਆ ਜਦੋਂ ਬਚਣਾ, ਜਦੋਂ ਲੋੜ ਸੀ, ਲੋੜ ਵੇਲੇ ਨਹੀਂ ਪੌੜੇ, ਉਸ ਵੇਲੇ ਤੁਹਾਨੂੰ ਚਾਹੀਦੀ ਹੈ ਜਦੋਂ ਮੈਡੀਕਲ ਸਹੂਲਤ, ਉਸ ਵੇਲੇ ਹੈ ਨਹੀਂ। ਹਾਲਾਂਕਿ ਸਾਡੇ ਕੈਨੇਡਾ ਹੈਲਥ ਐਕਟ ਵਿੱਚ ਇਹੀ ਲਿਖਿਆ ਹੈ ਕਿ ਜਦੋਂ ਤੁਹਾਨੂੰ ਲੋੜ ਹੋਵੇ ਉਸ ਵੇਲੇ ਹੈਲਥ ਸਿਸਟਮ ਨੂੰ ਪ੍ਰੋਵਾਈਡ ਕਰਨੀ ਪੈਣੀ ਹੈ ਜੀ। ਮੈਡੀਕਲ ਏਡ ਉੱਥੇ ਹੋਣੀ ਚਾਹੀਦੀ ਜਦੋਂ ਕੈਨੇਡੀਅਨ ਨੂੰ ਕਿਸੇ ਨੂੰ ਲੋੜ ਪੈਂਦੀ ਹੈ, ਕਿਉਂਕਿ ਕੈਨੇਡੀਅਨ ਲੋਕੀ ਇਹ ਫੰਡ ਕਰਦੇ। ਬਿਲਕੁਲ। ਸੋ ਆ ਜਿਹੜੀਆਂ ਹੁਣ ਲਗਾਤਾਰ ਹੀ ਪ੍ਰਾਈਵੇਟ ਕਲੀਨਿਕਸ ਜਿਹੜੀਆਂ ਵੱਧ ਰਹੀਆਂ, ਹੁਣ ਤੁਸੀਂ MRI ਕਰਾਉਣੀ ਹੈ, ਜਾਣ ਦੀ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਹੈ, ਪ੍ਰਾਈਵੇਟ ਜਾਓ, ਪੈਸੇ ਲਾਓ ਤੇ ਕਰਾ ਲਓ। ਪੈਸੇ ਤੁਸੀਂ, ਇਹਦਾ ਮਤਲਬ ਅਸੀਂ ਅਮਰੀਕਾ ਵਾਲੇ ਤਾਂ ਇੱਕ ਪਾਸੇ ਪੈਸੇ ਲਾਉਂਦੇ, ਉਹਨਾਂ ਨੇ ਪ੍ਰਾਈਵੇਟ ਆਪਣੇ ਇੰਸ਼ੋਰੈਂਸ ਖਰੀਦਿਆ ਹੈ, ਅਸੀਂ ਦੋਹੀ ਪਾਸੇ ਲਾਉਣੇ ਆ। ਸਾਡੇ ਤੋਂ ਅਸੀਂ ਟੈਕਸ ਦਿੰਨੇ ਆ ਇਹਨਾਂ ਨੂੰ ਪਬਲਿਕ ਹੈਲਥ ਕੇਅਰ ਲਈ, ਤੇ ਜਦੋਂ ਪ੍ਰਾਈਵੇਟ ਨਹੀਂ ਸਾਨੂੰ ਵਰਤਣੇ ਪੈਂਦੀਆਂ ਕਲੀਨਿਕਸ, ਇਹਦਾ ਮਤਲਬ ਉੱਥੇ ਵੀ ਪੈਸੇ ਲਾ ਰਹੇ ਜੀ। ਉਹ ਤਾਂ ਇੱਕ ਪਾਸੇ ਲਾਉਂਦੇ, ਅਸੀਂ ਦੋਵੇਂ ਪਾਸੇ ਲਾਉਣੇ। ਬਿਲਕੁਲ। ਇਹ ਸਾਡਾ ਸਿਸਟਮ ਚੰਗਾ ਕਿ ਉਹਨਾਂ ਦਾ ਸਿਸਟਮ ਚੰਗਾ? ਬਿਲਕੁਲ। ਤੇ ਆ ਕੇ ਸੈੱਲ ਇਦਾਂ ਹੀ ਕਰਨਗੇ ਜੀ, ਸਾਡਾ ਤਾਂ ਸਿਸਟਮ ਹੀ ਦੇਖੋ ਵਧੀਆ, ਬਹੁਤ ਵਧੀਆ। ਕਿਸੇ ਮੰਤਰੀ ਨੂੰ ਪੁੱਛਿਆ ਜਾਵੇ ਵੀ ਭਾਈ ਜਦ ਕਦੇ ਜਾ ਕੇ ਹਸਪਤਾਲ ਦੇਖਿਆ ਵੀ ਹੈਗਾ, ਜਿਹੜੇ ਲੋਕੀ ਹੈ ਕੋਲੋਂ ਤਾਂ ਗੱਲਾਂ ਬਣਾ ਨਹੀਂ ਰਹੇ। ਆ ਜਿਹੜੀ ਔਰਤ ਦੱਸ ਰਹੀ ਹੈ ਕਿ ਮੇਰੇ ਤੋਂ ਇੰਨੀ ਪੇਨ ਹੁੰਦੀ ਹੈ, ਮੇਰੇ ਤੋਂ ਸਹਿ ਹੀ ਨਹੀਂ ਹੁੰਦੀ, ਵੀ ਮੈਂ ਪ੍ਰਾਈਵੇਟ ਸਰਜਰੀ ਕਰਾ ਲੈਣੀ, ਠੀਕ ਹੈ, ਪੈਸੇ ਦੇ ਦੇਣੇ ਆ, ਕੋਈ ਗੱਲ ਨਹੀਂ, ਪਰ ਇਹ ਨਹੀਂ ਹੈ ਵੀ ਮੈਂ 6 ਮਹੀਨੇ ਇਹ ਪੇਨ ਲੈ ਕੇ ਬੈਠੀ ਰਹੂੰਗੀ। ਬਿਲਕੁਲ। ਮੇਰੇ ਦੋਸਤ ਆਏ ਸੀ, ਉਹਨਾਂ ਦੇ ਨਾ ਇਸੇ ਤਰ੍ਹਾਂ ਦੀ ਸਮੱਸਿਆ ਆਈ। ਉਹ ਕੈਂਪਿੰਗ ਕਰਨ ਗਏ, ਉੱਥੇ ਛੋਟਾ ਸਿਲੰਡਰ ਜਿਹੜਾ ਸੀਗਾ ਉਹ ਲੀਕ ਕਰ ਗਿਆ ਤੇ ਅੱਗ ਉਹਨਾਂ ਦੀਆਂ ਲੱਤਾਂ ਨੂੰ ਪੈ ਗਈ, ਲੱਤਾਂ ਸੜ ਗਈਆਂ ਉਹਨਾਂ ਦੀ ਬੁਰੀ ਤਰ੍ਹਾਂ। ਔਰ ਐਂਬੂਲੈਂਸ ਜਿਹੜੀ ਆ ਕੇ ਉਹਨਾਂ ਨੂੰ ਲੈ ਕੇ ਜਾਂਦੀ ਹੈ, ਫਿਰ ਵੀ 10 ਘੰਟਿਆਂ ਬਾਅਦ ਉਹਨਾਂ ਦੀ ਗੱਲ ਪੁੱਛੀ ਗਈ ਉੱਥੇ, 10 ਘੰਟੇ ਬਾਅਦ। ਦੇਖੋ ਉਹਦਾ ਅਸਰ ਤਾਂ ਪੈਂਦਾ ਨਾ। ਇਹ ਵੀ ਚੰਗੇ ਆ, 10 ਦੇ ਵਿੱਚ ਆ ਗਈ ਉਹਨਾਂ ਦੀ ਵਾਰੀ। ਇੱਥੇ ਉਹਨਾਂ ਦੀਆਂ ਖਬਰਾਂ ਆ ਰਹੀਆਂ ਜਿਹੜੇ 48 ਘੰਟੇ ਵੇਟ ਕਰਦੇ ਆ, ਉਸ ਤੋਂ ਬਾਅਦ ਵੀ ਵਾਪਸ ਆ ਗਏ। ਐਮਰਜੈਂਸੀ, ਕੈਨੇਡਾ ਇੱਕ ਵੱਖਰਾ ਹੀ ਦੇਸ਼ ਆ, ਇੱਥੇ ਐਮਰਜੈਂਸੀ ਵਾਰਡ ਬੰਦ ਕੀਤੇ ਹੋਏ ਆ। ਨਾ ਬੰਦ ਕੀਤੇ, ਬਿਲਕੁਲ
ਹਰ ਰੋਜ਼ ਖਬਰਾਂ ਆਉਂਦੀਆਂ ਐਮਰਜੈਂਸੀ ਵਾਰਡ ਖਤਮ ਆ, ਬੰਦ ਕੀਤੇ ਆ। ਇੱਥੇ ਸਿਹਤ ਮੰਤਰੀ ਆਇਆ ਹੋਵੇ ਤਾਂ ਲੋਕੀ ਉਹਨਾਂ ਫੋਟੋ ਖਿਚਾਉਣ ਲਈ ਜਾਣਗੇ। ਇਹ ਨਹੀਂ ਕਿ ਉਹਨੂੰ ਸਵਾਲ ਕੀਤਾ ਜਾਵੇ ਵੀ ਭਾਈ ਤੁਸੀਂ ਦੱਸੋ ਵੀ ਸਾਡੇ ਤੋਂ ਟੈਕਸ ਲੈਂਦੇ ਆ, ਅਸੀਂ ਪੈਸੇ ਦਿੰਨੇ ਸਿਸਟਮ ਨੂੰ ਸਸਟੇਨ ਕਰਨ ਲਈ, ਜਦੋਂ ਸਾਨੂੰ ਚਾਹੀਦਾ ਹੁੰਦਾ ਉਦੋਂ ਹੁੰਦਾ ਹੀ ਨਹੀਂ ਇੱਥੇ। ਤੁਸੀਂ ਕਦੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਕੀ ਗਲਤੀਆਂ ਆ ਗਈਆਂ ਸਾਡੇ? ਇੱਕ ਬਹੁਤ ਹੀ ਸੌਖੀ ਗੱਲ ਹੁੰਦੀ ਆ ਕਿ ਤੁਸੀਂ ਇਨਕੁਆਇਰੀ ਕਰਾ ਲਓ। ਇੱਕ ਕਮ ਸੇ ਕਮ ਉਹ ਪਤਾ ਤਾਂ ਲੱਗੇ ਤੁਹਾਨੂੰ, ਸਟੱਡੀ ਕਰਾ ਕੇ ਦੇਖੋ, ਬਿਲਕੁਲ ਕੰਪਰੀਹੈਂਸਿਵ ਸਟੱਡੀ, ਜਿਹਦਾ ਛੋਟੀ ਜੀ ਐਵੇਂ ਹੀ ਨਾ ਬਣਾਏ, ਇਦਾਂ ਨਾ ਪਹਿਲਾਂ ਹੀ ਦੱਸਿਆ ਹੋਵੇ ਬਈ ਤੁਸੀਂ ਇਹਨੂੰ ਚੀਜ਼ ਨਹੀਂ ਕਰਨੀ, ਇਹਨੂੰ ਨਹੀਂ ਹੱਥ ਲਾਉਣਾ, ਉਹਨੂੰ ਨਹੀਂ ਹੱਥ ਲਾਉਣਾ। ਤੁਸੀਂ ਕਹੋ ਵੀ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਇੰਨੇ ਪੈਸੇ ਲਾਉਣੇ ਆ, ਆਪਣੀ GDP ਦਾ ਅਸੀਂ ਕੋਈ 11% ਤੋਂ ਉੱਪਰ ਹੈਲਥ ਸਰਵਿਸਿਜ਼ ਦੇ ਵਿੱਚ ਲਾਉਣੇ ਆ ਕੈਨੇਡਾ ਦੇ ਵਿੱਚ। ਅੱਛਾ, ਜਦੋਂ ਸਰਵਿਸਿਜ਼ ਚਾਹੀਦੀਆਂ ਹੁੰਦੀਆਂ ਲੋਕਾਂ ਨੂੰ ਉਦੋਂ ਮਿਲ ਰਹੀਆਂ, ਵੀ ਜਾਂਦਾ ਕਿੱਥੇ ਹੈ? ਇਹ ਗੱਲ ਕੀ ਹੋ ਰਹੀ ਹੈ? ਤੇ ਇਹ ਤਾਂ ਹੀ ਪਤਾ ਲੱਗੂਗਾ ਜੇ ਇੱਕ ਕੰਪਰੀਹੈਂਸਿਵ ਇਨਕੁਆਇਰੀ ਕਰਾਈ ਜਾਵੇ। ਜੀ ਬਿਲਕੁਲ। ਸੋ ਡਾਕਟਰ ਸਾਹਿਬ, ਇੱਕ ਪਬਲਿਕ ਸੇਫਟੀ ਮੰਤਰੀ 에ਅਰ ਕੈਨੇਡਾ 'ਚ ਉਲਟੀ ਵਾਲੀ ਜਿਹੜੀ ਸੀਟ ਦਾ ਰੌਲਾ ਪਿਆ ਸੀਗਾ ਵੀ ਇੱਕ 에ਅਰ ਕੈਨੇਡਾ ਦੀ ਇੱਕ ਯਾਤਰੀ ਨੂੰ ਬਾਹਰ ਕੱਢ ਦਿੱਤਾ ਗਿਆ ਸੀਗਾ, ਔਰ ਉਸ ਦੇ ਸਬੰਧ ਵਿੱਚ ਹੁਣ ਸਿਸਟਮ ਦੇ ਵਿੱਚ ਲੋਕਾਂ ਦੇ ਵਿੱਚ ਜ਼ਿਆਦਾ ਨਿਰਾਸ਼ਤਾ ਫੈਲ ਰਹੀ ਹੈ ਜੀ ਇਸ ਨੂੰ ਲੈ ਕੇ। ਇਹਦੇ ਵਿੱਚ ਹੁਣ ਕਿਉਂਕਿ ਬਹੁਤ ਵੱਡੀ ਖਬਰ ਆਈ ਇਹ, ਨਾਰਮਲੀ ਤਾਂ ਇਦਾਂ ਦੀਆਂ ਖਬਰਾਂ ਰੋਜ਼ ਹੀ ਹੁੰਦੀਆਂ ਆ, ਜਿਹੜੀਆਂ ਛੋਟੀਆਂ ਜਿਹੜੀਆਂ 에ਅਰਲਾਈਨਸ ਵੀ ਦੱਬ ਦਿੰਦੇ ਆ। ਉਹ ਅਗਲੇ ਨੂੰ ਕਹਿਣਗੇ ਕੂਪਨ ਲੈ ਲਾ, ਆਹ ਲੈ ਲਾ। ਕੂਪਨ ਦਾ ਮਤਲਬ ਹੁੰਦਾ ਹੈ ਵੀ ਥੋੜੇ ਚਿਰ ਬਾਅਦ ਤੂੰ ਇੱਕ ਹੋਰ ਟਿਕਟ ਖਰੀਦੂਗਾ ਤਾਂ ਉਹ 'ਚ ਤੈਨੂੰ $10 ਆਫ ਕਰ ਦੇਣਗੇ। ਹੋਰ ਕੁਝ ਨਹੀਂ ਉਹਦਾ, ਹੋਰ ਕੁਝ ਨਹੀਂ ਫਾਇਦਾ ਨਹੀਂ। ਬਿਲਕੁਲ। ਅੱਛਾ, ਇਹਦੇ ਵਿੱਚ ਹੁਣ ਇੱਕ ਹੋਰ ਐਂਗਲ ਤੋਂ ਕੈਨੇਡਾ ਦੀ ਹੈਲਥ ਏਜੰਸੀ ਇਨਵੋਲਵ ਹੋਈ ਆ, ਕਿਉਂਕਿ 에ਅਰਲਾਈਨਸ ਤੇ ਜਿੰਨੀਆਂ ਵੀ 에ਅਰਲਾਈਨਸ ਕੈਨੇਡਾ ਦੇ ਵਿੱਚ ਪੈਸੇਂਜਰ ਲੈ ਕੇ ਆਉਂਦੀਆਂ, ਇਹਨਾਂ ਨੂੰ ਇੱਕ ਤਾਂ ਤੁਸੀਂ ਦੇਖਿਆ ਹੋਣਾ ਵੀ ਹਰ 에ਅਰਲਾਈਨ ਤੇ ਹੁਣ ਉਹ ਪੁੱਛਦੇ ਆ ਵੀ ਤੁਹਾਡੇ ਤੋਂ ਵੀਜ਼ਾ ਹੈਗਾ, ਉਹ ਦੇਖਦੇ ਆ। ਜੇ ਵੀਜ਼ਾ ਨਹੀਂ ਹੈ ਤਾਂ ਤੁਹਾਨੂੰ ਜਾਣ ਨਹੀਂ ਦਿੰਦੇ। ਪਾਸਪੋਰਟ ਹੈਗਾ, ਵੈਲਿਡ ਹੈਗਾ ਤਾਂ ਵੀਜ਼ਾ ਹੈਗਾ ਜਾਂ ਵੈਲਿਡ ਹੈਗਾ। ਕਿਉਂਕਿ ਪਹਿਲਾਂ ਲੈ ਆਉਂਦੇ ਹੁੰਦੇ ਸੀ ਇਹ ਬਾਹਰੋਂ ਪੈਸੇਂਜਰ ਲੈ ਆਉਂਦੇ ਹੁੰਦੇ ਸੀ, ਤਾਂ ਉਹ ਸਾਡੇ ਲਈ ਬਰਡਨ ਬਣ ਜਾਂਦਾ ਸੀ ਵੀ ਇਹਨੂੰ ਹੁਣ ਵਾਪਸ ਭੇਜੀਏ ਤਾਂ ਕੈਨੇਡੀਅਨ ਗਵਰਨਮੈਂਟ ਭੇਜੂਗੀ। ਹੁਣ 에ਅਰਲਾਈਨਸ ਨੂੰ ਖੁਦ ਲੈ ਕੇ ਪੈਸੇ ਪੇ ਕਰਨੇ ਪੈਂਦੇ ਆ। ਜੇ ਇੱਥੇ ਬਿਨਾਂ ਵੀਜ਼ੇ ਤੋਂ ਕੋਈ ਬੰਦਾ ਲੈ ਆਂਦਾ, ਉਹ 에ਅਰਲਾਈਨਸ ਦੇ ਸਿਰ ਭਾਰ ਆ ਕਿ ਤੁਸੀਂ ਇਹਨੂੰ ਵਾਪਸ ਲੈ ਕੇ ਜਾਓ, ਅਸੀਂ ਨਹੀਂ ਪੇ ਕਰਨੇ। ਤੇ ਇਦਾਂ ਹੀ ਇੱਕ ਹੈਲਥ ਕੈਨੇਡਾ ਨੇ ਵੀ ਕੰਡੀਸ਼ਨ ਲਾਈ ਹੈ ਕਿ ਤੁਸੀਂ ਬਾਹਰੋਂ ਬੰਦੇ ਲੈ ਕੇ ਆਉਣੇ ਆ, ਜੇ ਉਹਨਾਂ ਨੇ ਕੋਈ ਜਿੱਦਾਂ ਇਨਸਾਨ ਤੋਂ ਇਨਸਾਨ ਨੂੰ ਜਿਹੜੀ ਟ੍ਰਾਂਸਫਰ ਹੋ ਜਾਂਦੀ ਆ ਡਿਜ਼ੀਜ਼ ਕੋਈ ਵੀ, ਤਾਂ ਜੇ ਉਹਨਾਂ ਨੂੰ ਕੋਈ ਵੀ ਇਦਾਂ ਦੀ ਬਿਮਾਰੀ ਹੋਈ ਹੋਵੇ ਤਾਂ ਫਿਰ ਅਸੀਂ ਤੁਹਾਨੂੰ ਫਾਈਨ ਕਰਨਾ, ਤੁਸੀਂ ਰਿਸਪੌਂਸਿਬਲ ਹੋ। ਜਿੱਦਾਂ ਪਿੱਛੇ ਜਾਏ ਕਰੋਨਾ ਚੱਲਿਆ ਸੀ ਤਾਂ ਲੋਕੀ ਆਪਣੇ 에ਅਰਪੋਰਟ ਤੇ ਹੀ ਉੱਥੇ ਬੈਠੇ ਟੈਸਟ ਕਰਾਉਂਦੇ ਸੀ ਵੀ ਇਹ ਨੈਗੇਟਿਵ ਆ, ਇੱਥੇ ਤਾਂ ਆਓ। ਹੁਣ ਇਹ ਉਲਟੀ ਦੀ ਸਿਚੁਏਸ਼ਨ 'ਚ ਆ ਗਈ ਕਿ ਦੇਖੋ ਉਹਦੇ ਵਿੱਚ ਪਾਣੀ ਆ, ਪਾਣੀ ਦੇ ਵਿੱਚ ਬਹੁਤ ਵਾਇਰਸ ਹੁੰਦੀ ਹੈ, ਤੇ ਮੈਕਸਿਮਮ ਵਾਇਰਸ ਜਿਹੜੀਆਂ ਪਾਣੀ ਵਾਲੀ ਜਗ੍ਹਾ ਤੇ ਹੁੰਦੀਆਂ। ਉਹ ਕਹਿੰਦੇ ਵੀ ਇਹਦੇ ਵਿੱਚ ਪਤਾ ਨਹੀਂ ਕਿਹੜੀ ਵਾਇਰਸ ਹੋਣੀ ਆ, ਜਿੱਥੇ ਤੁਸੀਂ ਫੋਰਸ ਕਰ ਰਹੇ ਆ ਪੈਸੇਂਜਰ ਨੂੰ ਬੈਠਣ ਲਈ। ਵੀ ਸਾਨੂੰ ਜਵਾਬ ਦਿਓ ਵੀ ਤੁਸੀਂ ਇਹਨਾਂ ਪੈਸੇਂਜਰਸ ਨੂੰ ਉਹ ਜਗ੍ਹਾ ਸਾਫ਼ ਕਿਉਂ ਨਹੀਂ ਕੀਤੀ ਪਹਿਲਾਂ ਤਾਂ, ਸੈਕੰਡਲੀ ਇਹਨਾਂ ਨੂੰ ਫੋਰਸ ਕਿਉਂ ਕਰ ਰਹੇ ਹੋ ਉੱਥੇ ਬੈਠਣ ਲਈ, ਤਾਂ ਤੁਸੀਂ ਇਹ ਕੰਡੀਸ਼ਨ ਜਿਹੜੀ ਸਾਡੀ ਆ ਪੂਰੀ ਨਹੀਂ ਕਰ ਰਹੇ। ਸਾਡੀ ਕੰਡੀਸ਼ਨ ਤਾਂ ਇਹ ਹੈ ਵੀ ਤੁਸੀਂ ਇੱਥੇ ਬੰਦੇ ਉਹਨਾਂ ਨੂੰ ਲੈ ਕੇ ਆਓ ਜਿਹੜੇ ਤੰਦਰੁਸਤ ਹੋਣ। ਜੇ ਕੋਈ ਹਿਊਮਨ ਟੂ ਹਿਊਮਨ ਜਿਹੜੀ ਟ੍ਰਾਂਸਫਰ ਕਰ ਸਕਦੇ ਡਿਜ਼ੀਜ਼ ਨੂੰ, ਜੇ ਉਹਦਾ ਕੋਈ ਵੀ ਖਤਰਾ ਆ ਤਾਂ ਤੁਸੀਂ ਇੱਥੇ ਪੈਸੇਂਜਰ ਲਿਆ ਨਹੀਂ ਸਕਦੇ, ਉਹਦੀ ਵਾਇਓਲੇਸ਼ਨ ਕੀਤੀ ਆ। ਹੁਣ ਦੇਖਦੇ ਆ ਕਿ ਹੈਲਥ ਕੈਨੇਡਾ ਵਾਲੇ ਕਿੱਥੇ ਕਿਤੇ ਜਾਂਦੇ ਆ ਉਹਨਾਂ ਨੂੰ। ਵੈਸੇ ਤਾਂ ਇਹਨਾਂ ਦਾ ਕੁਝ ਨਹੀਂ ਹੋਣਾ, ਇਹਨਾਂ ਨੂੰ ਫਾਈਨ ਕੋਈ ਬਿਲਕੁਲ ਨਕੰਮੇ ਜਿਹਾ ਫਾਈਨ ਕਰਦੇ ਹੁੰਦੇ ਆ। ਇਹਨਾਂ ਨੂੰ $200 ਫਾਈਨ ਕੀਤਾ, $300 ਫਾਈਨ ਕੀਤਾ। ਹਾਂ, ਉਹਨਾਂ ਦਾ ਕੇਸ ਤਕੜਾ ਹੋ ਗਿਆ। ਜਿਹੜੀਆਂ ਔਰਤਾਂ ਨੂੰ ਬਾਹਰ ਕੱਢਿਆ ਸੀ, ਜੇ ਉਹਨਾਂ ਨੇ ਕੇਸ ਆਪਣੇ ਕੋਰਟ ਦੇ ਵਿੱਚ ਲੜਨਾ ਹੋਵੇ ਤੇ ਫਿਰ ਉਹਨਾਂ ਦਾ ਕੇਸ ਜ਼ਰੂਰ ਤਕੜਾ ਹੋ ਗਿਆ ਹੁਣ ਜੀ, ਕਿਉਂਕਿ ਇੰਨੀ ਪਬਲਿਸਿਟੀ ਹੋਈ ਹੈ। 에ਅਰ ਕੈਨੇਡਾ ਉਹਨਾਂ ਨੂੰ ਆਫਰ ਵੀ ਕਰੂਗੀ ਵੀ ਆਊਟ ਆਫ ਕੋਰਟ ਸੈਟਲਮੈਂਟ ਕਰ ਲੈਣੇ ਆਪਾਂ,
ਕਿਉਂਕਿ ਕੋਰਟ ਦਾ ਪਤਾ ਨਹੀਂ, ਜਦੋਂ ਜੱਜ ਨੇ ਗੁੱਸੇ 'ਚ ਕਈ ਵਾਰੀ ਦੇਣਾ ਹੁੰਦਾ ਉਹ ਜ਼ਿਆਦਾ ਵੀ ਪੈਸੇ ਦੇ ਦਿੰਦੇ ਆ। ਬਿਲਕੁਲ। ਸੋ 에ਅਰ ਕੈਨੇਡਾ ਵਾਲੇ ਆਖਰ ਦੇ ਵਿੱਚ ਕਿਤੇ ਫਸ ਗਏ। ਕਰਦੇ ਤਾਂ ਬਹੁਤ ਪੈਸੇਂਜਰਸ ਨਾਲ ਇਦਾਂ ਆ, ਬਹੁਤ ਬੰਦਿਆਂ ਨੂੰ ਕਹਿਣਗੇ ਨਹੀਂ ਜੀ ਸਾਡੇ ਤੋਂ ਸੀਟ ਹੈ ਨਹੀਂ, ਚਲੋ ਜਾਓ ਤੁਸੀਂ। ਅੱਛਾ, ਬੰਦਾ ਕੀ ਕਰੇ? ਉਹਨਾਂ ਨੂੰ ਆ ਕੇ ਕੰਪਲੇਂਟ ਕਰੀ ਚਲੋ, 6 ਮਹੀਨੇ ਚਿੱਠੀਆਂ ਲਿਖੀ ਚਲੋ, ਇਧਰ ਪਾ ਲਿਓ ਸਾਡੇ ਤੇ ਉਦਣ ਜੀ ਵੈਦਰ ਕਿੱਦਾਂ ਦਾ ਸੀ, ਉਦਣ ਆਹ ਕਿੱਦਾਂ ਦਾ ਸੀ, ਉਦਣ ਸੀਟਾਂ ਤੁਸੀਂ ਕਿਹੜੀਆਂ ਹੋਰ 에ਅਰਲਾਈਨਸ ਚੈੱਕ ਕੀਤੀਆਂ। ਅੱਛਾ, 3600 ਸਵਾਲ ਕਰਦੇ ਆ ਤਾਂ ਫਿਰ ਦੇਣਾ ਇਹਨਾਂ ਨੇ ਅਖੀਰ ਦੇ ਵਿੱਚ $50 ਦਾ ਕੂਪਨ ਹੁੰਦਾ ਤੁਹਾਨੂੰ। ਤਾਂ ਉਹਦੀ ਕੰਡੀਸ਼ਨ ਇਹ ਹੁੰਦੀ ਹੈ ਵੀ ਇਹ ਸਾਲ ਦੇ ਵਿੱਚ ਐਕਸਪਾਇਰ ਹੋ ਜਾਣਾ ਤੇ ਸਾਲ ਦੇ ਵਿੱਚ ਤੁਹਾਨੂੰ ਯੂਜ਼ ਕਰਨਾ ਪੈਣਾ। ਤੁਸੀਂ $1500 ਜਿਹੜਾ ਹੋਰ ਤਿਆਰ ਕਰੋ ਯਾਰ, ਹੋਰ ਤਿਆਰ ਕਰੋ। ਜਿੱਦਾਂ ਹੁਣ ਇੱਥੇ ਸੇਲ ਦੀ ਗੱਲ ਕਰਦੇ ਵੀ ਸੇਲ ਲੱਗੀ ਹੈ, ਸੇਲ ਲੱਗੀ ਹੋਈ ਜਾਂ ਤਾਂ ਉਦੋਂ ਹੀ ਤੁਸੀਂ ਮੁਫਤ ਚੱਕ ਕੇ ਤੁਰ ਆਉਣਾ। ਤੁਸੀਂ ਕੁਝ ਖਰੀਦੋਗੇ ਤਾਂ ਹੀ ਸੇਲ ਲੱਗੀ ਹੈ ਨਾ। ਹਾਂ ਬਿਲਕੁਲ। ਇਹਦਾ ਮਤਲਬ ਤੁਸੀਂ ਪੈਸੇ ਲਾਓ ਤਾਂ ਫੇਰ ਤੁਹਾਨੂੰ ਅਸੀਂ ਦੱਸਾਂਗੇ ਵੀ ਤੁਹਾਨੂੰ 25% ਡਿਸਕਾਊਂਟ ਮਿਲੂਗਾ। ਤੇ ਇਸੇ ਤਰ੍ਹਾਂ ਇਹਨਾਂ ਦੇ ਡਿਸਕਾਊਂਟ ਹੈ। ਪਰ ਇਸ ਕੇਸ ਦੇ ਵਿੱਚ ਇਹ ਜ਼ਰੂਰ ਬੁਰੀ ਤਰ੍ਹਾਂ ਫਸੇ ਜੀ। ਕੋਰਟ ਕੇਸ ਬਹੁਤ ਸਟਰੋਂਗ ਹੈ ਜੀ। ਸੋ ਡਾਕਟਰ ਸਾਹਿਬ, ਡੋਨਾਲਡ ਟਰੰਪ ਦਾ ਦਾਅਵਾ ਹੈ ਕਿ ਰੂਸ ਤੇ ਜਿਹੜਾ ਯੂਕਰੇਨ ਦੇ ਵਿੱਚ ਟਕਰਾਅ ਸ਼ੁਰੂ ਹੋਇਆ ਸੀ, ਉਹ ਕਹਿੰਦਾ ਜੇ ਧਾਂਦਲੀਆਂ ਕਰਕੇ ਜੋ ਬਾਈਡਨ ਨਾ ਆਉਂਦਾ ਤਾਂ ਹੋਣਾ ਹੀ ਨਹੀਂ ਸੀ। ਇਹ ਉਹਨਾਂ ਦੀ ਵੈਸੇ ਪਹਿਲੇ ਦਿਨ ਤੋਂ ਰਹੀ ਗੱਲ, ਜਦੋਂ ਜਿਸ ਦਿਨ ਤੋਂ ਉਹ ਇਲੈਕਸ਼ਨ ਹਾਰੇ ਆ, ਉਹਨਾਂ ਨੇ ਕਿਹਾ ਵੀ ਮੈਂ ਹਾਰਿਆ ਨਹੀਂ, ਮੈਨੂੰ ਹਰਾਇਆ ਗਿਆ। ਹਰਾਇਆ ਇਸ ਕਰਕੇ ਗਿਆ ਕਿ ਜਿੱਦਾਂ ਦਾ ਸਿਸਟਮ ਆ ਯੂਐਸ ਦੇ ਵਿੱਚ, ਜਿੱਦਾਂ ਸਾਡੇ ਇਲੈਕਸ਼ਨ ਕਮਿਸ਼ਨ ਆ ਨਾ ਇੰਡੀਆ ਦੇ ਵਿੱਚ, ਉਹ ਕਰਾਉਂਦਾ ਇਲੈਕਸ਼ਨ। ਯੂਐਸ ਦੇ ਵਿੱਚ ਸੈਂਟਰਲ ਗਵਰਨਮੈਂਟ ਦਾ ਕੋਈ ਇਲੈਕਸ਼ਨ ਕਮਿਸ਼ਨਰ ਨਹੀਂ। ਇਲੈਕਸ਼ਨ ਕਰਾਉਣੀ ਕੰਮ ਆ ਸਟੇਟਸ ਦਾ, ਇਹ ਉਹਨਾਂ ਦੀ ਮਰਜ਼ੀ ਆ ਜੀ। ਜਿਹੜਾ ਸੰਵਿਧਾਨ ਆ ਉਹ ਸਿਰਫ ਇੰਨਾ ਹੀ ਕਹਿੰਦਾ ਆ ਵੀ ਤੁਸੀਂ ਇਲੈਕਟੋਰਲ ਕਾਲਜ ਦੇ ਵਿੱਚ ਜਿਹੜੇ ਡੈਲੀਗੇਟਸ ਇੰਨੇ ਭੇਜਣੇ ਆ, ਉਹ ਸਟੇਟ ਗਵਰਨਮੈਂਟ ਦੀ ਆਪਣੀ ਮਰਜ਼ੀ ਆ। ਉਹਨਾਂ ਨੇ ਉਦਾਂ ਹੀ ਇਦਾਂ 4 ਬੰਦੇ ਚੱਕ ਕੇ ਭੇਜ ਦੇਣੇ ਆ, ਜਾਂ ਉਹਨਾਂ ਨੇ ਇੱਕ ਡੈਮੋਕ੍ਰੇਸੀ ਦਾ ਕਰਕੇ ਉਹ ਮੰਨੇ ਆ ਵੀ ਸਾਨੂੰ ਇਲੈਕਸ਼ਨ ਕਰਾਉਣੀ ਪੈਂਦੀ ਹੈ। ਜ਼ਰੂਰੀ ਨਹੀਂ, ਇਹ ਨਹੀਂ ਲਿਖਿਆ ਉਹਨਾਂ ਨੇ ਸੰਵਿਧਾਨ ਦੇ ਵਿੱਚ ਵੀ ਤੁਸੀਂ ਇਲੈਕਸ਼ਨ ਕਰਾ ਕੇ ਤਾਂ ਜਿਹੜੇ ਡੈਲੀਗੇਟ ਭੇਜਣੇ ਆ। ਇਹ ਤਾਂ ਡੈਮੋਕ੍ਰੇਸੀ ਦਾ ਕਰਕੇ ਮੰਨੇ ਆ ਵੀ ਤੁਹਾਨੂੰ ਜਿਹੜੇ ਡੈਲੀਗੇਟਸ ਭੇਜਣੇ ਉਹ ਇਲੈਕਟਡ ਹੋਣੇ ਚਾਹੀਦੇ ਉੱਥੇ ਜੀ। ਸੋ ਜ਼ਿਆਦਾ ਸਟੇਟਸ ਜਿਹੜੀਆਂ ਸੀਗੀਆਂ ਉਹ ਸੀਗੀਆਂ ਡੈਮੋਕ੍ਰੈਟਸ ਦੇ ਕੰਟਰੋਲ ਦੇ ਵਿੱਚ, ਤੇ ਉਹਨਾਂ ਦਾ ਉਹ ਕਹਿੰਦੇ ਵੀ ਇਹਨਾਂ ਨੇ ਕੋਈ ਧਾਂਦਲੀ ਕੀਤੀ, ਕਈ ਕੁਛ ਕੀਤਾ ਇਹਨਾਂ ਨੇ ਵੋਟਰਸ ਨਹੀਂ ਰਜਿਸਟਰ ਹੋਣ ਦਿੱਤੇ, ਇਹਨਾਂ ਨੇ ਵੋਟਾਂ ਗਲਤ ਗਿਣਤੀ ਕੀਤੀ ਆ, ਤੇ ਉਹ ਜੋ ਡੈਲੀਗੇਟਸ ਚੁਣਨੇ ਸੀ ਉਹਨਾਂ ਦੇ ਉਹਦੇ ਵਿੱਚ ਹੇਰਾਫੇਰੀ ਕੀਤੀ ਇਹਨਾਂ ਨੇ। ਸੋ ਕਈ ਕੁਛ ਹੀ ਉਹਨਾਂ ਦੀ ਇਲਜ਼ਾਮ ਆ ਵੀ ਜੋ ਬਾਈਡਨ ਜਿੱਤਿਆ ਨਹੀਂ, ਇਹਨੂੰ ਜਿਤਾਇਆ ਗਿਆ। ਮੈਨੂੰ ਹਰਾਇਆ ਗਿਆ ਤਾਂ ਇਹਨੂੰ ਜਿਤਾਇਆ ਗਿਆ। ਇਲੈਕਸ਼ਨ ਇਹ ਫ੍ਰੀ ਐਂਡ ਫੇਅਰ ਨਹੀਂ ਸੀ ਜੀ। ਸੋ ਉਹ ਤਾਂ ਸਿਸਟਮ ਦੀ ਗਲਤੀ ਹੈ ਨਾ। ਉਹ ਕਹਿੰਦੇ ਕਿ ਸਿਸਟਮ ਹੀ ਸਾਡੇ ਇਦਾਂ ਦਾ ਬਣਿਆ ਆ, ਕਿਉਂਕਿ ਹਰ ਇੱਕ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਕੱਲੇ ਸਟੇਟ ਦੇ ਵਿੱਚ ਆ। ਇਹਨਾਂ ਦੇ 50 ਇਲੈਕਸ਼ਨ ਕਮਿਸ਼ਨ ਆ, ਇੱਕ ਇਲੈਕਸ਼ਨ ਕਮਿਸ਼ਨ ਨਹੀਂ ਹੈ। ਉਹਨਾਂ ਨੇ ਹਰ ਇੱਕ ਸਟੇਟ ਦੀ ਗਵਰਨਰ ਦੀ ਰਿਸਪੌਂਸਿਬਿਲਿਟੀ ਹੈ ਫਾਈਨਲੀ ਵੀ ਕਿੱਦਾਂ ਬੰਦੇ ਚੁਣ ਕੇ ਭੇਜਣੇ ਆ। ਕਈਆਂ ਇਹਨਾਂ ਦੇ ਇਲੈਕਟੋਰਲ ਕਾਲਜ ਦੀ ਗੱਲ ਕਰਾਂਗੇ ਜਦੋਂ ਇਲੈਕਸ਼ਨ ਆਈ ਤਾਂ ਜੀ, ਤੇ ਕਿਵੇਂ ਕੰਮ ਕਰਦਾ ਉਹ। ਪਰ ਇਸ ਵੇਲੇ ਉਹਨਾਂ ਦਾ ਇਲਜ਼ਾਮ ਇਹ ਆ ਉਹਨਾਂ ਦੇ ਜੀ। ਹੁਣ ਉਹਦਾ ਕਹਿੰਦੇ ਵੀ ਫਾਇਦਾ ਕੀ ਹੋਇਆ, ਦੂਜਿਆਂ ਨੂੰ ਨੁਕਸਾਨ ਕੀ ਹੋਇਆ? ਯੂਕਰੇਨ ਦੇ ਬੰਦੇ ਮਰ ਰਹੇ। ਇਹ ਤਾਂ ਪੱਕਾ ਪਤਾ ਨਾ, ਸਾਰੀ ਦੁਨੀਆ ਇਹ ਮੰਨਦੀ ਆ ਵੀ ਯੂਕਰੇਨ ਦੇ ਹੀ ਬੰਦੇ ਜ਼ਿਆਦਾ ਮਰ ਰਹੇ, ਕਿਉਂਕਿ ਰਸ਼ੀਆ ਦੇ ਵਿੱਚ ਤਾਂ ਇਹ ਹਾਲੇ ਗਏ। ਰਸ਼ੀਅਨ ਆਰਮੀ ਜਿਹੜੀ ਇਹਨਾਂ ਦੇ ਯੂਕਰੇਨ ਦੇ ਵਿੱਚ ਬੈਠੀ ਹੈ। ਅੱਛਾ, ਯੂਕਰੇਨ ਦੇ ਬੰਦੇ ਮਰ ਰਹੇ ਆ, ਉੱਥੋਂ ਨੱਠ ਰਹੇ ਆ। ਮਿਲੀਅਨਸ ਆਫ ਯੂਕਰੇਨੀਅਨ ਜਿਹੜੇ ਰਿਫਿਊਜੀ ਬਣ ਕੇ ਗਏ ਜੀ, ਜਾਂ ਉਹ ਮਰੀ ਜਾਂਦੇ ਆ ਜਾਂ ਉੱਥੋਂ ਨੱਠੀ ਜਾਂਦੇ ਆ। ਤੇ ਇਹ ਸਭ ਕੁਝ ਲਈ ਕਹਿੰਦੇ ਜੋ ਬਾਈਡਨ ਜ਼ਿੰਮੇਵਾਰ ਆ, ਕਿਉਂਕਿ ਇਹ ਜਿੱਤ ਗਿਆ। ਉਹ ਕਿਵੇਂ ਜ਼ਿੰਮੇਵਾਰ ਆ? ਕਿਉਂਕਿ ਇਹਨਾਂ ਨੇ ਐਨਕਰੇਜ ਕੀਤਾ ਪਹਿਲਾਂ ਕਿ ਯੂਕਰੇਨ ਨੇ ਜਦੋਂ ਕਿਹਾ ਅਸੀਂ ਨੇਟੋ ਦੀ ਮੈਂਬਰਸ਼ਿਪ ਲੈਣੀ ਆ। ਜੇ ਤਾਂ ਡੋਨਾਲਡ ਟਰੰਪ ਕਹਿੰਦੇ ਵੀ ਜੇ ਮੈਂ ਹੁੰਦਾ ਤਾਂ ਮੈਂ ਤਾਂ ਉਹਨਾਂ ਨੂੰ ਕਦੇ ਉਤਸ਼ਾਹਿਤ ਨਹੀਂ ਸੀ ਕਰਨਾ ਵੀ ਤੁਸੀਂ ਨੇਟੋ ਦੇ ਮੈਂਬਰ ਬਣੋ, ਕਿਉਂਕਿ ਇੱਕ ਸੁਪਰ ਪਾਵਰ ਦੀ ਬਾਰਡਰ ਦੇ ਨਾਲ ਤੁਹਾਡਾ ਬਾਰਡਰ ਆ, ਤਾਂ ਉਹ ਕਦੇ ਵੀ ਇਹ ਗੱਲ ਬਰਦਾਸ਼ਤ ਨਹੀਂ ਕਰੂਗੀ ਕਿ ਨਾਲ ਦੇ
ਨਾਲ ਦੀ ਸਟੇਟ ਵਾਲੇ ਜਿਹੜੇ ਆ ਨੇਟੋ ਦੇ ਸਾਡੇ ਮਿਲਟਰੀ ਅਲਾਈਅੰਸ ਦੇ ਮੈਂਬਰ ਹੈ ਇੱਕ ਦੇ ਜਿਹੜਾ ਸਾਡੇ ਖਿਲਾਫ ਹੈ। ਇਹ ਕੋਈ ਵੀ ਸੁਪਰ ਪਾਵਰ ਨਹੀਂ ਪਸੰਦ ਕਰੂਗੀ। ਕੱਲ ਨੂੰ ਕੈਨੇਡਾ ਕਵੇ ਅਸੀਂ ਰਸ਼ੀਆ ਨੂੰ ਜੁਆਇਨ ਕਰਨਾ ਤੇ US ਵਾਲੇ ਕਦੇ ਅਲਾਉ ਨਹੀਂ ਕਰਨਗੇ, ਮੈਕਸੀਕੋ ਨੂੰ ਅਲਾਉ ਕਰਨਗੇ ਕਿਉਂਕਿ ਇਹਨਾਂ ਦੇ ਬਾਰਡਰ ਦੇ ਨਾਲ ਲੜਦੇ ਜੀ। ਉਹੋ ਹੀ ਸੇਮ ਹੀ ਗੱਲ ਉਹਨਾਂ ਲਈ ਹੈ ਰਸ਼ੀਆ ਵਾਲਿਆਂ ਦੀ, ਉਹਨਾਂ ਨੇ ਕਦੇ ਵੀ ਅਲਾਉ ਨਹੀਂ ਕਰਨਾ ਤੇ ਅੱਜ ਤੱਕ ਨੇਟੋ ਨੇ ਕਦੇ ਹਾਂ ਨਹੀਂ ਕੀਤੀ। ਵੈਸੇ ਇਹਨਾਂ ਨੂੰ ਵੀ ਪਤਾ ਹੈ, ਭਾਵੇਂ ਕਿ ਉੱਪਰੋਂ ਗੱਲਾਂ ਇਹ ਕਰਦੇ ਆ ਕਿ ਠੀਕ ਹੈ ਜੀ ਉਹਨਾਂ ਦੀ ਡੈਮੋਕ੍ਰੈਟਿਕ ਚੁਆਇਸ ਆ, ਉਹਨਾਂ ਦੀ ਮਰਜ਼ੀ ਆ ਯੂਕਰੇਨ ਵਾਲਿਆਂ ਦੀ, ਪਰ ਅੱਜ ਤਾਈਂ ਇਹਨਾਂ ਨੇ ਵੀ ਨਹੀਂ ਕਿਹਾ ਵੀ ਅਸੀਂ ਤੁਹਾਨੂੰ ਮੈਂਬਰਸ਼ਿਪ ਲੈ ਲਾਂਗੇ। ਇਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਇਸ ਤੇ ਗੱਲ ਤੇ ਆਏ ਅਖੀਰ ਦੇ ਵਿੱਚ ਜੇ ਰਸ਼ੀਆ ਨੇ ਨਿਊਕਲੀਅਰ ਹਥਿਆਰ ਚਲਾਤਾ ਤਾਂ ਉਹਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਨੇ ਸਾਨੂੰ ਠਹਿਰਾਉਣਾ, ਤਾਂ ਕਰ ਅਸੀਂ ਕੁਛ ਨਹੀਂ ਸਕਦੇ। ਬਿਲਕੁਲ। ਕੱਲ ਨੂੰ ਜੇ ਨੇਟੋ ਦਾ ਕੋਈ ਵੀ ਮੈਂਬਰ ਰਸ਼ੀਆ ਵਾਲੇ ਆਪਣੀ ਐਟਮੀ ਹਥਿਆਰ ਵਰਤ ਕੇ ਉਹਨਾਂ ਨੂੰ ਮਾਰ ਦੇਣ, ਸ਼ਰਤ ਲਗਾ ਕੇ ਰੱਖ ਲਓ ਇੱਥੇ US ਵਾਲੇ ਕਦੇ ਵੀ ਕੁਛ ਨਹੀਂ ਕਹਿਣਗੇ ਉਹਨਾਂ ਨੂੰ ਕਹਿਣਗੇ ਤਾਂ ਆਪ ਵੀ ਖਤਮ ਹੋਣਗੇ। ਅੱਛਾ, ਉਹਨਾਂ ਨੂੰ ਵੀ ਪਤਾ ਵੀ ਇਸ ਗੱਲ ਦਾ ਨਿੰਦਾ ਤਾਂ ਕਰਨਗੇ ਜੀ, ਨਿੰਦਾ ਕਰਨਗੇ, ਉਹ ਤਾਂ ਕਰਨਗੇ, ਉਹ ਤਾਂ ਬਿਆਨ ਦੇਣੇ ਤਾਂ ਬਹੁਤ ਸੌਖੇ ਹਨ। ਸੋ ਇਸ ਵੇਲੇ ਜਿਹੜੇ ਬੰਦੇ ਮਰ ਰਹੇ ਉਹ ਕਹਿੰਦੇ ਬੰਦਿਆਂ ਨੂੰ ਮਰਾ ਰਿਹਾ ਜੋ ਬਾਈਡਨ ਮਰਾ ਰਿਹਾ। ਉਹ ਇਹ ਨਹੀਂ ਕਹਿ ਰਹੇ ਵੀ ਯੂਕਰੇਨੀਅਨ ਪ੍ਰੈਜ਼ੀਡੈਂਟ ਦੀ ਫਾਲਟ ਆ, ਉਹ ਕਹਿੰਦੇ ਜੋ ਬਾਈਡਨ ਨੇ। ਤਾਂ ਇਹ ਕਿਉਂ ਕਰ ਰਿਹਾ? ਕਿਉਂਕਿ ਇਹਨਾਂ ਦੇ ਬੇਟੇ ਦੇ ਉੱਥੇ ਰਿਸ਼ਵਤ ਦੇ ਚਾਰਜ ਲੱਗੇ ਆ। ਯੂਕਰੇਨੀਅਨ ਕੰਪਨੀ ਸੀ ਉਹ ਜੀ, ਦੂਸਰੀ ਚਾਈਨਾ ਦੀ ਕੰਪਨੀ ਸੀ ਜਿਹੜੀ ਇਹਦੇ ਵਿੱਚ ਇਨਵੋਲਵ ਆ ਜੀ। ਤਾਂ ਉਹਨੂੰ ਸਭ ਕੁਝ ਨੂੰ ਰੁਕਾਉਣ ਲਈ ਜੋ ਬਾਈਡਨ ਬੰਦੇ ਮਰਾ ਰਿਹਾ ਯੂਕਰੇਨੀਅਨ, ਇਹ ਇਹਨਾਂ ਦਾ ਐਨਾਲਿਸਿਸ ਹੈ। ਬਿਲਕੁਲ ਜੀ। ਡਾਕਟਰ ਸਾਹਿਬ, ਇੱਕ ਪਬਲਿਕ ਸੇਫਟੀ ਮੰਤਰੀ ਨੇ ਐਲਾਨ ਕੀਤਾ ਹੈ ਕਿ ਕਿਊਬਿਕ ਦੀ ਕੋਰਟ ਆਫ ਅਪੀਲ ਦੀ ਇੱਕ ਜੱਜ ਜਿਹੜੀ ਹੈ ਉਹ ਵਿਦੇਸ਼ੀ ਦਖਲਅੰਦਾਜ਼ੀ ਦੀ ਹੁਣ ਜਾਂਚ ਕਰੇਗੀ ਜੀ। ਵਿਦੇਸ਼ੀ ਦਖਲਅੰਦਾਜ਼ੀ ਤੇ ਕਿੰਨੇ ਪੈਂਤੜੇ ਬਦਲੇ ਆ ਲਿਬਰਲ ਪਾਰਟੀ ਦੀ ਸਰਕਾਰ ਨੇ ਜੀ। ਪਹਿਲਾਂ ਨਾ ਕਰਦੇ ਰਹੇ ਕਿ ਅਸੀਂ ਪਹਿਲੀ ਸਟੇਜ ਤੇ ਗਏ ਕਿ ਅਸੀਂ ਪਾਰਲੀਮੈਂਟਰੀ ਇਨਕੁਆਇਰੀ ਕਰਾ ਲੈਣੀ ਆ, ਇੱਕ ਪਾਰਲੀਮੈਂਟਰੀ ਕਮੇਟੀ ਵੀ ਬਣਾਈ। ਜੇ ਤੇ ਆਬਵੀਅਸਲੀ ਲਿਬਰਲ ਪਾਰਟੀ ਤਾਂ NDP ਦਾ ਜ਼ੋਰ ਸੀ, ਵਿਰੋਧੀ ਧਿਰ ਨੂੰ ਕੋਈ ਸਵਾਲ ਹੀ ਨਹੀਂ ਪੁੱਛਣ ਦਿੰਦੇ। ਉਸ ਤੋਂ ਬਾਅਦ ਰੈਪਰਟਿਊਰ ਨੂੰ ਨਿਯੁਕਤ ਕੀਤਾ ਇਹਨਾਂ ਨੇ, ਉਹਦੀ ਬੇਇੱਜ਼ਤੀ ਕਰਾਈ। ਉਹਨੇ ਵਿਚਾਰੇ ਨੇ ਰਿਪੋਰਟ ਵੀ ਦਿੱਤੀ, ਇੱਕ ਚੰਗੇ ਭਲੇ ਆਦਮੀ ਦੀ ਬੇਇੱਜ਼ਤੀ ਕਰਾ ਕੇ ਰੱਖ ਦਿੱਤੀ। ਜਿੰਨੀ ਕੁ ਬੇਇੱਜ਼ਤੀ ਇੱਕ ਵਾਰੀ ਜਸਟਿਨ ਟਰੂਡੋ ਦੀ ਇੰਡੀਆ 'ਚ ਹੋਈ ਸੀ ਓਨੀ ਕੀ ਉਹਦੀ ਵਿਚਾਰੀ ਦੀ ਕਰਾਈ ਜੀ। ਤੇ ਹੁਣ ਸਭ ਕੁਝ ਕਰਾ ਕੇ 100 ਛਿੱਤਰ ਵੀ ਖਾਦੇ, ਗੰਡਾ ਵੀ ਖਾ ਲਿਆ, 100 ਗੰਡਾ ਵੀ ਖਾ ਲਿਆ, ਤੇ ਹੁਣ 100 ਰੁਪਈਆ ਲੈ ਕੇ ਆਏ ਆ। ਹੁਣ ਜਸਟਿਸ ਹੋਗ ਉੱਥੇ ਕਿਬੈਕ ਸੁਪੀਰੀਅਰ ਕੋਰਟ ਦੇ ਉਹਨਾਂ ਨੂੰ ਨਿਯੁਕਤ ਕੀਤਾ ਹੈ ਕਿ ਰਸ਼ੀਆ ਤਾਂ ਚਾਈਨਾ ਦਾ ਤਾਂ ਨਾਂ ਲਿਆ ਇਹਨਾਂ ਨੇ, ਵੈਸੇ ਰਸ਼ੀਆ, ਚਾਈਨਾ ਐਂਡ ਅਦਰ ਸਟੇਟਸ ਤੇ ਉਹਨਾਂ ਦੇ ਨਾਲ ਨਾਨ ਸਟੇਟ ਐਕਟਰਸ ਹੁੰਦੇ ਜਿਹੜੇ ਕੋਈ ਇੰਸਟੀਟਿਊਸ਼ਨਸ ਹੋਣ, ਜਿੱਦਾਂ ਕੋਈ ਚੈਰਿਟੀ ਬਣਾਈ ਆ ਕਿਸੇ ਨੇ ਫਰੈਂਡਸ਼ਿਪ ਸੁਸਾਇਟੀ ਬਣਾਈ ਹੈ, ਇਦਾਂ ਦੀਆਂ ਵੀ ਹੁੰਦੀਆਂ ਨਾ, ਸੋਵੀਅਤ ਫਰੈਂਡਸ਼ਿਪ ਸੁਸਾਇਟੀ, ਫਲਾਨੀ ਫਰੈਂਡਸ਼ਿਪ ਸੁਸਾਇਟੀ, ਕੋਈ ਧਾਰਮਿਕ ਸੁਸਾਇਟੀ ਬਣਾਈ ਆ ਜਿਨ੍ਹਾਂ ਦੇ ਥਰੂ ਐਕਚੁਅਲੀ ਫੇ ਸਟੇਟਸ ਕੰਮ ਕਰਦੀਆਂ ਹੈਗੀਆਂ। ਉਹ ਨਾਨ ਸਟੇਟ ਐਕਟਰਸ ਆ, ਪਰ ਉਹਨਾਂ ਦੇ ਥਰੂ ਕੰਮ ਕਰਦੇ, ਪਿੱਛੇ ਬੈਠੇ ਕੋਈ ਨਾ ਕੋਈ ਕੰਮ ਕਰਦੇ। ਤੇ ਇਹ ਕਿੱਦਾਂ ਇੰਟਰਫੀਅਰ ਕਰਦੇ ਇੱਥੇ ਕੈਨੇਡਾ ਦੇ ਵਿੱਚ ਜੀ। ਉਹਦੇ ਵਿੱਚ ਇੰਡੀਆ ਦਾ ਨਾਂ ਨਹੀਂ ਸੀ ਲਿਆ, ਪਰ ਅੱਜ ਸਵੇਰੇ ਪ੍ਰਧਾਨ ਮੰਤਰੀ ਨੇ ਇੰਡੀਆ ਜਾਣ ਤੋਂ ਪਹਿਲਾਂ ਉਹ ਬੋਰਡ ਕਰਦੇ ਸੀ ਸ਼ਾਇਦ ਸਿੰਗਾਪੁਰ, ਉਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਜਵਾਬ ਦਿੱਤਾ ਇੱਕ ਸਵਾਲ ਦਾ ਕਿ ਹਾਂ ਫੋਰਨ ਇੰਟਰਫੀਅਰੈਂਸ ਤੇ ਅਸੀਂ ਇਨਕੁਆਇਰੀ ਬਣਾ ਲਈ ਆ। ਤੇ ਹੁਣ ਜਾ ਕੇ ਮੈਂ ਪ੍ਰਾਈਮ ਮਿਨਿਸਟਰ ਮੋਦੀ ਨਾਲ ਇੰਡੀਆ ਨੇ ਇੰਟਰਵੈਂਸ਼ਨ ਬਾਰੇ ਗੱਲ ਕਰੂੰਗਾ। ਹੁਣ ਇਹਦੇ ਬਹੁਤ ਵੱਡੇ ਕਈ ਸਵਾਲ ਹੈ ਇਹਦੇ ਤੇ। ਨੰਬਰ 1 ਤੇ ਅੱਜ ਜਿਹੜੀ ਸਵੇਰੇ ਇਟੀਨਰੀ ਕੱਢੀ ਇਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਦੀ 15 ਦੇਸ਼ਾਂ ਦੇ ਮੁਖੀਆਂ ਨੂੰ ਮਿਲਣਾ ਆ, ਤੇ ਉਹਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਨਾਂ ਨਹੀਂ। ਹੁਣ ਜੇ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਮਿਲਿਆ ਤਾਂ ਮੈਂ
ਵੀ ਜੇ ਮੈਨੂੰ ਪ੍ਰਾਈਮ ਮਿਨਿਸਟਰ ਮੋਦੀ ਮਿਲੇ ਤਾਂ ਇਹ ਮੈਂ ਗੱਲ ਕਰੂੰਗਾ। ਹੂੰ ਦੂਜੇ ਨੰਬਰ ਤੇ ਜਦੋਂ ਵੀ ਪ੍ਰਾਈਮ ਮਿਨਿਸਟਰ ਨੂੰ ਤਾਂ ਇਸ ਗੱਲ ਦਾ ਪਤਾ ਹੋਣਾ ਚਾਹੀਦਾ, ਚਲੋ ਦੂਜਿਆਂ ਬੰਦਿਆਂ ਨੂੰ ਨਹੀਂ ਪਤਾ, ਜੁਦੀ ਗੱਲ ਆ। ਹੂੰ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਜਦੋਂ ਇੱਕ ਦੂਜੇ ਨੂੰ ਮਿਲਦੇ ਆ, ਸਟੇਟ ਅਫੀਸ਼ੀਅਲਸ ਜਦੋਂ ਇੱਕ ਦੂਜੇ ਨੂੰ ਮਿਲਦੇ ਆ, ਇਹ ਵੈਸੇ ਹੀ ਨਹੀਂ ਮਿਲਦੇ ਆ ਵੀ ਚੱਲ ਚਾਹ ਕੇ ਸਮੋਸੇ ਖਾਏ ਹੋਣੇ। ਉਦੋਂ ਪਹਿਲਾਂ ਦੋਏ ਦੇਸ਼ਾਂ ਦੇ ਕਰਮਚਾਰੀ, ਇਹਨਾਂ ਦੇ ਜਿਹੜੇ ਏਡਸ ਆ, ਉਹ ਬੈਠ ਕੇ ਗੱਲ ਕਰਦੇ ਆ ਵੀ ਕਿੰਨਾ ਚਿਰ ਗੱਲ ਹੋਣੀ ਆ, ਕਿੱਥੇ ਗੱਲ ਹੋਣੀ ਆ, ਕਿਹੜਾ ਏਜੰਡਾ ਹੈ। ਉਹ ਦੋਹਾਂ ਧਿਰਾਂ ਨੂੰ ਮਨਜ਼ੂਰ ਹੋਊਗਾ ਤਾਂ ਗੱਲ ਕਰਨਗੇ ਜੀ। ਹੁਣ ਪ੍ਰਾਈਮ ਮਿਨਿਸਟਰ ਮੋਦੀ ਕਹਿੰਦੇ ਨੇ ਮੈਂ ਆਹ ਗੱਲ ਜੋ ਬਾਈਡਨ ਦੇ ਕੋਲ ਉਠਾਊਂਗਾ, ਉਹਨੂੰ ਉਠਾਉਣ ਦੀ ਗੱਲ ਲਈ ਦੋਹਾਂ ਧਿਰਾਂ ਨੂੰ ਸਹਿਮਤ ਹੋਣਾ ਪੈਣਾ। ਜੇ ਦੋਏ ਧਿਰਾਂ ਸਹਿਮਤ ਆ ਫੇਰ ਠੀਕ ਹੈ, ਫੇਰ ਦੋਏ ਏਜੰਡਾ ਤੇ ਆ ਸਕਦੀ। ਸੋ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਤਾਂ ਕਹਿਤੀ, ਉਹਨਾਂ ਨੇ ਜਸਟਿਨ ਟਰੂਡੋ ਨੇ। ਤੀਜੀ ਗੱਲ ਵੱਡੀ ਜਿਹੜੀ ਹੈ, ਜਦੋਂ ਤੁਸੀਂ ਇਨਕੁਆਇਰੀ ਕਰਾਉਣੇ ਆ, ਇਹ ਤਾਂ ਹਾਲੇ ਸਟੇਜ 1 ਹੀ ਆ ਨਾ ਜੀ, ਇਹ ਤਾਂ ਸ਼ੁਰੂ ਹੋਈ ਆ। ਇਨਕੁਆਇਰੀ ਦਾ ਮਤਲਬ ਇਹ ਹੁੰਦਾ ਹੈ, ਇਨਕੁਆਇਰੀ ਦਾ ਮਤਲਬ ਹੁੰਦਾ ਵੀ ਸਾਨੂੰ ਅਜੇ ਕੁਝ ਨਹੀਂ ਪਤਾ, ਅਸੀਂ ਤਾਂ ਇਹ ਥੀਸਿਸ ਹੀ ਆ। ਅਸੀਂ ਕਹਿੰਦੇ ਆ ਵੀ ਇੱਥੇ ਫੋਰਨ ਇੰਟਰਫੀਅਰੈਂਸ ਹੋ ਰਿਹਾ ਕਿਉਂਕਿ ਚਾਈਨਾ ਦੀਆਂ ਕੁਝ ਗੱਲਾਂ ਸਾਹਮਣੇ ਆਈਆਂ। ਉਹਦੇ ਵਿੱਚ ਉਹਨਾਂ ਨੇ ਕੁਝ ਐਮਪੀਜ਼ ਨੂੰ ਹਰਾਇਆ, ਕੁਝ ਐਮਪੀਜ਼ ਦੀ ਮਦਦ ਕੀਤੀ, ਤੇ ਉਹਦੇ ਮੱਦੇਨਜ਼ਰ ਅਸੀਂ ਦੇਖਿਆ ਵੀ ਫੋਰਨ ਇੰਟਰਫੀਅਰੈਂਸ ਦੀ ਇਨਕੁਆਇਰੀ ਬਹੁਤ ਜ਼ਰੂਰੀ ਹੈ। ਸੋ ਪੁਆਇੰਟ 8 ਤੋਂ ਸ਼ੁਰੂ ਹੋਏ ਨਾ ਜੀ। ਹੁਣ ਉਹਨਾਂ ਨੇ ਕਿਹੜੇ ਦੇਸ਼ ਦਾ ਫੋਰਨ ਇੰਟਰਫੀਅਰੈਂਸ ਕਿੱਦਾਂ ਹੁੰਦਾ ਹੈ, ਕਿੱਦਾਂ ਨਹੀਂ ਹੁੰਦਾ, ਉਹਦੀ ਜਾਣਕਾਰੀ ਸਾਨੂੰ ਦੇਣੀ ਹੈ ਜਦੋਂ ਵੀ ਇਹਨਾਂ ਨੇ ਰਿਪੋਰਟ ਪੇਸ਼ ਕੀਤੀ। ਪਤਾ ਨਹੀਂ ਕਦੋਂ ਕਰਨੀ ਹੈ, ਅੱਜ ਤਾਂ ਅਪੁਆਇੰਟ ਹੀ ਕੀਤੇ ਉਹ। ਜਦੋਂ ਤੁਹਾਨੂੰ ਉਹ ਰਿਪੋਰਟ ਆ ਗਈ ਫੇਰ ਤੁਸੀਂ ਕਹਿ ਸਕਦੇ ਆ ਕਮ ਸੇ ਕਮ ਵੀ ਇਸ ਰਿਪੋਰਟ ਦੇ ਵਿੱਚ ਸਾਨੂੰ ਕਿਹਾ ਵੀ ਇੰਡੀਆ ਵਾਲੇ ਏਦਾਂ ਇੰਟਰਵੀਅਰ ਕਰਦੇ ਆ। ਉਦੋਂ ਜਾ ਕੇ ਤੁਸੀਂ ਕਹੋ ਵੀ ਮੈਂ ਗੱਲ ਕਰਨੀ ਆ ਪ੍ਰਾਈਮ ਮਿਨਿਸਟਰ ਨਾਲ, ਉਦੋਂ ਉਹ ਗੱਲ ਬਣਦੀ ਆ ਨਾ। ਜੇ ਤੁਹਾਨੂੰ ਅਜੇ ਇਨਕੁਆਇਰੀ ਕਰਾਈ ਨਹੀਂ, ਇਨਕੁਆਇਰੀ ਤਾਂ ਅਜੇ ਅਨਾਉਂਸ ਹੀ ਕੀਤੀ ਹੈ ਨਾ, ਤੁਸੀਂ ਪਹਿਲਾਂ ਹੀ ਕਨਕਲੂਜਨ ਕੱਢਿਆ ਆ, ਉਹ ਤੇ ਜੇ ਬਹੁਤ ਵੱਡੀ ਜੇ ਆ ਇਹਦੇ ਵਿੱਚ। ਪਹਿਲੀ ਤਾਂ ਗੱਲ ਹੈ, ਜੇ ਪ੍ਰਾਈਮ ਮਿਨਿਸਟਰ ਮੋਦੀ ਨੇ ਤੈਨੂੰ ਟਾਈਮ ਦਿੱਤਾ ਤਾਂ ਗੱਲ ਕਰਨੀ ਹੈ। ਫਿਰ ਦੂਸਰਾ ਜੇ ਇਹ ਆ ਵੀ ਜੇ ਦੋਹਾਂ ਧਿਰਾਂ ਦੇ ਵਿੱਚ ਸਹਿਮਤੀ ਹੋਈ ਇਹ ਗੱਲ ਦੀ ਏਜੰਡੇ ਤੇ ਲਿਆਉਣੀ ਆ, ਫਿਰ ਉਹ ਗੱਲ ਹੋਣੀ ਆ। ਤੀਸਰੀ ਵੱਡੀ ਜੇ ਇਹ ਆ ਵੀ ਜੇ ਇਹ ਇਨਕੁਆਇਰੀ ਦੱਸੂਗੀ ਕਿ ਤੁਸੀਂ ਇੰਡੀਆ ਵਾਲੇ ਇੰਟਰਫੀਅਰ ਕਰਦੇ ਆ, ਤੈਅ ਹੀ ਨਹੀਂ ਹੋਇਆ ਹਜੇ ਤੱਕ ਵੀ, ਅਜੇ ਤਾਂ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਆ। ਜਿੱਦਾਂ ਸਾਡੇ ਚੀਫ ਮਿਨਿਸਟਰ ਨਹੀਂ ਕਹਿੰਦੇ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਕਰਨਾ ਕੁਛ ਨਹੀਂ ਹੁੰਦਾ। ਉਹਨਾਂ ਦੀ ਪਹਿਲਾਂ ਹੀ ਸਾਨੂੰ ਹੁਣ ਪਤਾ ਆ ਵੀ ਤਿੰਨੇ ਹੀ ਪੁਆਇੰਟ ਆ। ਇੱਕ ਤਾਂ ਨੰਬਰ 1 ਮੀਟਿੰਗ ਨਹੀਂ, ਅਜੇ ਤੈਅ ਨਹੀਂ ਹੈ, ਪਤਾ ਨਹੀਂ ਕਿ ਇਹਨਾਂ ਨਾਲ 2018 ਵਾਲੀ ਹੋਣੀ ਆ, ਉਦੋਂ ਵੀ ਪਹਿਲਾਂ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਮਿਲੇ ਨਹੀਂ ਸੀ, ਅਖੀਰ 'ਚ ਜਦੋਂ ਆਉਣ ਲੱਗੇ ਸੀ ਉਦੋਂ ਮਿਲੇ ਸੀ ਉਹਨਾਂ ਨੂੰ। ਫੇਰ ਮੰਨੇ ਹੋਣੇ ਵੀ ਅਸੀਂ ਕੋਈ ਹੋਰ ਏਜੰਡੇ ਦੀਆਂ ਆਈਟਮ ਇਹਨਾਂ ਥੱਲੇ ਨੂੰ ਲਿਆਂਦੀਆਂ ਹੋਣੀਆਂ ਨਾ, ਵੀ ਅਸੀਂ ਇਨਸਿਸਟ ਨਹੀਂ ਕਰਦੇ ਵੀ ਕੀ ਗੱਲ ਕਰਾਂਗੇ। ਤੇ ਹੁਣ ਪਹਿਲੀ ਗੱਲ ਤਾਂ ਉਹਨਾਂ ਨੇ ਮੀਟਿੰਗ ਹੀ ਨਹੀਂ ਹਲੇ ਰੱਖੀ। ਜਿਹੜੀ ਲਿਸਟ ਆਈ ਆ ਅੱਜ ਸਵੇਰੇ 15 ਦੇਸ਼ਾਂ ਦੇ ਨਾਂ ਸੀ, ਤਾਂ ਉਹਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਦੀ ਕੋਈ ਲਿਸਟ ਤੇ ਨਾਂ ਨਹੀਂ ਹੈ ਵੀ ਇਹ ਜਸਟਿਨ ਟਰੂਡੋ ਨੂੰ ਵੀ ਮਿਲਣਾ ਹੈ। ਜੀ ਹਾਂ, ਸੱਦਾ ਪੱਤਰ ਦੇਣਾ ਪੈਣਾ ਸੀ ਕਿਉਂਕਿ ਕੈਨੇਡਾ G20 ਦਾ ਮੈਂਬਰ ਹੈ। ਅੱਛਾ, ਪ੍ਰਾਈਮ ਮਿਨਿਸਟਰ ਨੇ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਜਾਂ ਨਹੀਂ ਮਿਲਣਾ ਉਹ ਪ੍ਰਾਈਮ ਮਿਨਿਸਟਰ ਦੀ ਮਰਜ਼ੀ ਹੈ। ਉਹ ਇੰਡੀਅਨ ਪ੍ਰਾਈਮ ਮਿਨਿਸਟਰ ਦੀ ਮਰਜ਼ੀ ਆ ਵੀ ਉਹ ਮਿਲਣ ਚਾਹੇ ਨਾ ਮਿਲਣ। ਹਾਂ, ਮੀਟਿੰਗ ਦੇ ਵਿੱਚ ਉਹ ਮਿਲਣਾ ਇੱਕ ਦੂਜੇ ਨੂੰ, ਤੁਸੀਂ ਤੁਰੇ ਫਿਰਦੇ ਆ, ਤੁਸੀਂ ਇੱਕ ਹੀ ਮੀਟਿੰਗ ਦੇ ਵਿੱਚ 20 ਬੰਦੇ ਬੈਠੇ ਆ, ਇਹਨੂੰ ਆਬਵੀਅਸਲੀ ਤੁਸੀਂ ਹੱਥ ਮਿਲਾਉਣੇ ਆ, ਪਰ 1 to 1 ਜਿਹੜਾ ਆ ਉਹ ਡਿਸੀਜਨ ਜਿਹੜੀ ਆ ਉਹ ਇੰਡੀਆ ਦੀ ਹੈ ਕਿ ਕਿਹਨਾਂ ਦੇ ਨਾਲ ਮਿਲਣੇ, ਕਿੰਨਾ ਚਿਰ ਮਿਲਣਾ। ਕਿਸੇ ਦੇ ਨਾਲ ਹੋ ਸਕਦਾ ਲੰਚ ਕਰਨਾ ਹੋਵੇ, ਕਿਸੇ ਨਾਲ ਡਿਨਰ ਕਰਨਾ ਹੋਵੇ, ਕਿਸੇ ਨੂੰ ਚਾਹ ਪਿਲਾਉਣੀ ਹੋਵੇ, ਕਿਸੇ ਨੂੰ ਉਦਾਂ ਹੀ ਹੈਲੋ ਕਰਨੀ ਹੋਵੇ, ਇਹ ਉਹਨਾਂ ਦੀ ਮਰਜ਼ੀ ਹੈ ਨਾ। ਫਿਰ ਏਜੰਡੇ ਤੇ ਉਹ ਗੱਲ ਆਉਂਦੀ ਆ ਜਾਂ ਨਹੀਂ ਆਉਂਦੀ, ਕਿਉਂਕਿ ਇੰਡੀਆ ਵਾਲੇ ਵੀ ਕਹਿੰਦੇ ਆ ਵੀ ਤੁਸੀਂ ਵੀ ਫੋਰਨ ਇੰਟਰਫੀਅਰੈਂਸ ਕਰਦੇ ਆ। ਜਿਹੜੀ ਖਾਲਿਸਤਾਨੀ ਮੂਵਮੈਂਟ ਆ ਉਹ ਕੈਨੇਡਾ ਤੋਂ ਚੱਲਦੀ ਆ। ਅੱਛਾ, ਜੇ ਪ੍ਰਾਈਮ ਮਿਨਿਸਟਰ ਮੋਦੀ ਇਹਦਾ ਪਹਿਲਾਂ ਕਹਿਣ ਵੀ ਮੈਂ ਜਸਟਿਨ ਟਰੂਡੋ ਦੇ ਨਾਲ ਗੱਲ ਇਹ ਕਰਨੀ ਆ, ਇਹ ਇਸ਼ੂ ਲਿਆਉਣੀ ਉਹਨਾਂ ਦੇ,
ਇਹ ਵੀ ਪ੍ਰੀ ਮੈਚੁਰ ਆ, ਹੂੰ, ਕਿਉਂਕਿ ਦੋਹਾਂ ਧਿਰਾਂ ਨੇ ਜੇ ਸਹਿਮਤੀ ਪ੍ਰਗਟ ਕੀਤੀ ਬਿਲਕੁਲ। ਤਾਂ ਉਹ ਗੱਲ ਕਰਨਗੇ, ਜੇ ਨਹੀਂ ਸਹਿਮਤੀ ਪ੍ਰਗਟ ਕੀਤੀ ਤਾਂ ਫਿਰ ਉਹ ਗੱਲ ਨਹੀਂ ਕਰਨਗੇ। ਜੇ ਪ੍ਰੀ ਪਲਾਨਡ ਨਹੀਂ ਹੈ ਤਾਂ ਫਿਰ ਨਹੀਂ ਹੈ। ਬਿਲਕੁਲ ਨਹੀਂ। ਹੂੰ, ਕੱਲੀ ਗੱਲ ਤੇ ਉਹਨਾਂ ਨੇ ਲਿਖਿਆ ਹੁੰਦਾ ਹੈ ਮੀਟਿੰਗ ਤੋਂ ਕਿ ਦੇਖੋ ਇਹ ਮੀਟਿੰਗ ਹੋਣੀ ਆ 15 ਮਿੰਟ, ਆ ਮੀਟਿੰਗ ਹੋਣੀ ਆ 20 ਮਿੰਟ, ਉਦੋਂ ਬਾਅਦ ਇੱਕ ਵੀ ਸਕਿੰਟ ਨਹੀਂ ਦਿੰਦੇ। ਅਫੀਸ਼ੀਅਲਸ ਪਿੱਛੇ ਖੜੇ ਹੁੰਦੇ, ਉਦੋਂ ਹੀ ਕਹਿੰਦੇ ਵੀ ਚਲੋ ਉੱਠੋ। ਫਿਰ ਉਹਨਾਂ ਨੇ ਕੱਲੀ ਦੱਸੀ ਹੁੰਦੀ ਗੱਲ ਵੀ ਇੱਕ ਪਹਿਲੀ ਆ, ਦੂਜੀ ਆ, ਤੀਜੀ ਆ, ਜੇ ਏਜੰਡੇ ਤੇ ਜੇ 20 ਮਿੰਟਾਂ ਤੋਂ ਜ਼ਿਆਦਾ 20 ਮਿੰਟਾਂ ਦੇ ਵਿੱਚ ਇੰਨੀਆਂ ਗੱਲਾਂ ਹੋ ਸਕਦੀਆਂ ਵੀ ਇਹਨਾਂ ਤੇ ਅਸੀਂ ਗੱਲ ਕਰਨੀ ਹੈ। ਸੋ ਪ੍ਰਾਈਮ ਮਿਨਿਸਟਰ ਇੱਕ ਦੇਸ਼ ਦਾ, ਸਾਡੇ ਦਾ, ਜਿਹੜੇ ਉਹਦੇ ਚੇਲੇ ਚਾੜੇ ਆ ਉਹਨਾਂ ਨੂੰ ਕਿਤੇ ਇੱਥੇ ਪੁੱਛਣਾ ਚਾਹੀਦਾ ਆਇਆ ਨੂੰ ਵੀ ਤੁਸੀਂ ਵਰਲਡ ਸਟੇਜ ਤੇ ਜਾ ਕੇ ਤਾਂ ਥੋੜੀ ਜੀ ਅਡਲਟ ਵਾਲੀ ਗੱਲ ਕਰਿਆ ਕਰੋ, ਇਹ ਤਾਂ ਬੱਚਿਆਂ ਵਾਲੀ ਗੱਲ ਆ। ਬਿਲਕੁਲ ਹੀ ਤੁਸੀਂ ਕਹਿਣਾ ਕਿ ਅਸੀਂ ਆਹ ਗੱਲਾਂ ਕਰਨੀਆਂ, ਪਤਾ ਨਹੀਂ ਹੈ ਤੁਹਾਨੂੰ ਉਹਨਾਂ ਨੇ ਮਿਲਣਾ ਕਿ ਨਹੀਂ ਮਿਲਣਾ, ਪਤਾ ਨਹੀਂ ਉਹਨਾਂ ਨੇ ਏਜੰਡੇ ਤੇ ਗੱਲ ਲਿਆਉਣੀ ਕਿ ਨਹੀਂ ਲਿਆਉਣੀ। ਤੀਸਰੀ ਗੱਲ, ਹਾਲੇ ਤਾਂ ਗੱਲ ਸ਼ੁਰੂ ਹੀ ਹੋਈ ਆ, ਫੋਰਨ ਇੰਟਰਫੀਰੈਂਸ ਦੀ ਇਨਕੁਆਇਰੀ ਸ਼ੁਰੂ ਹੋਈ ਆ, ਅਜੇ ਤਾਂ ਜਸਟਿਸ ਓਗ ਨੇ ਪਤਾ ਨਹੀਂ ਕੀ ਮੰਗਣਾ ਆ ਕੀ ਨਹੀਂ ਮੰਗਣਾ, ਉਹਨਾਂ ਨੇ ਦਫ਼ਤਰ ਦੇਣਾ ਆ, ਕਿੱਥੋਂ ਸ਼ੁਰੂ ਕਰਨੀ ਕਿੱਥੋਂ ਨਹੀਂ ਐਂਡ ਹੋਣੀ ਆ, ਕਦੋਂ ਜਾ ਕੇ ਇਨਕੁਆਇਰੀ ਸਾਡੇ ਹੱਥਾਂ ਦੇ ਵਿੱਚ ਆਉਣੀ ਆ। ਉਹਦੇ ਵਿੱਚ ਜੇ ਕੋਈ ਸਾਬਤ ਹੋਇਆ ਵੀ ਆ ਦੇਸ਼ ਏਦਾਂ ਕਰਦੇ ਆ ਜੀ, ਫੇਰ ਤਾਂ ਤੁਸੀਂ ਤੁਹਾਡੇ ਕੋਲ ਕੁਛ ਹੈਗਾ ਆ ਲਿਜਾਣ ਲਈ। ਜੇ ਤੁਸੀਂ ਉਦਾਂ ਹੀ ਗੱਲਾਂ ਸੁਣ ਕੇ ਜਗਮੀਤ ਸਿੰਘ ਦੀਆਂ ਤਾਂ ਜਾ ਕੇ ਪ੍ਰਾਈਮ ਮਿਨਿਸਟਰ ਨਾਲ ਮੋਦੀ ਨਾਲ ਗੱਲ ਕਰਨੀ ਹੈ, ਇਹ ਤਾਂ ਹਿੰਦੀ ਫਿਲਮਾਂ 'ਚ ਹੁੰਦਾ ਇਹਦਾ। ਹਿੰਦੀ ਫਿਲਮਾਂ ਜ਼ਿਆਦਾ ਦੇਖੀਆਂ ਇਹਨਾਂ ਜੀ। ਸੋ ਡਾਕਟਰ ਸਾਹਿਬ, CNN ਦੇ ਇੱਕ ਪੋਲ ਦੇ ਅਨੁਸਾਰ 61% ਅਮਰੀਕਨ ਜਿਹੜੇ ਉਹ ਮੰਨਦੇ ਆ ਕਿ ਯੂਕਰੇਨ ਨਾਲ ਹੰਟਰ ਦੇ ਵਪਾਰ ਵਿੱਚ ਜੋ ਬਾਈਡਨ ਵੀ ਸ਼ਰੀਕ ਸੀਗਾ ਜੀ। ਇਹ ਦੇਖੋ, ਇੱਕ ਪੋਲਿਟਿਕਸ ਦੇ ਵਿੱਚ ਗੱਲ ਕਰਦੇ ਹੁੰਦੇ ਆ ਵੀ ਜਦੋਂ ਚਿੱਕੜ ਸਿੱਟਦੇ ਆ ਨਾ ਕਿਸੇ ਤੇ, ਚਿੱਕੜ ਸਿੱਟੀ ਚਲੋ ਅਗਲਾ ਸਾਫ਼ ਕਰਦਾ ਰਵੇ, ਵੀ ਥੋੜਾ ਬਹੁਤਾ ਫੇਰ ਵੀ ਉਹ ਚੁੰਬੜੇ ਹੀ ਜਾਂਦਾ। ਜੀ ਬਿਲਕੁਲ। ਪੋਲਿਟਿਕਸ ਦੇ ਵਿੱਚ ਜਦੋਂ ਚਿੱਕੜ ਸਿਰਦੇ ਆ ਨਾ, ਲੋਕੀ ਗੁੱਸਾ ਕਰਦੇ ਆ ਵੀ ਜੇ ਦੇਖੋ ਇੱਕ ਚਿੱਕੜਬਾਜੀ ਕਰਨ ਲੱਗੇ ਆ। ਇਹ ਵੈਸੇ ਕੈਂਪੇਨ ਜਿਹੜੀਆਂ ਕਿਤਾਬਾਂ ਲਿਖਦੇ ਆ ਉਹਨਾਂ ਦੇ ਵਿੱਚ ਲਿਖਦੇ, ਉਹ ਕਹਿੰਦੇ ਇੰਨਾ ਚਿੱਕੜ ਸਿੱਟੋ, ਇੰਨਾ ਚਿੱਕੜ ਸਿੱਟੋ ਵੀ ਥੋੜਾ ਬਹੁਤਾ ਚਿੰਬੜੂਗਾ ਹੀ ਨਾ। ਹੁਣ ਆ ਗੱਲਾਂ, ਇਨਕੁਆਇਰੀ ਤਾਂ ਹੋ ਰਹੀ ਆ, ਇਹਨੂੰ ਜਸਟਿਸ ਮਿਨਿਸਟਰੀ ਦੇ ਬੰਦਿਆਂ ਨੇ ਇਨਕੁਆਇਰ ਕੀਤਾ, ਹੰਟਰ ਬਾਈਡਨ ਦਾ, ਉਹਨਾਂ ਦੀਆਂ ਗੱਲਾਂ ਸਾਹਮਣੇ ਆਈਆਂ। ਖਾਸ ਤੌਰ ਤੇ ਉਹਨਾਂ ਦੇ ਕੰਪਿਊਟਰ ਦਾ ਜਦੋਂ ਰਿਪੇਅਰ ਕਰ ਲਈ ਉਹਨਾਂ ਨੇ ਛੱਡਿਆ, ਉਹ ਚੋਂ ਕਿਹੜੀਆਂ ਗੱਲਾਂ ਸਾਹਮਣੇ ਆਈਆਂ। ਉਹ ਜਦੋਂ ਮੁੜ ਕੇ ਲੋਕੀ ਸੁਣੀ ਜਾਂਦੇ ਆ, ਫੇਰ ਖਾਸ ਤੌਰ ਤੇ ਰਿਪਬਲਿਕਨ ਪਾਰਟੀ ਦਾ ਜਿਹੜਾ ਸਦਨ ਕੰਟਰੋਲ ਕੀਤਾ ਆ, ਉਹ ਉੱਥੇ ਇਨਕੁਆਇਰੀ, ਕਦੇ ਇੱਕ ਇਨਕੁਆਇਰੀ ਬਿਠਾ ਲੈਂਦੇ, ਕਦੇ ਦੂਸਰੀ। ਹੁਣ ਉਹਨਾਂ ਨੇ ਇੰਪੀਚਮੈਂਟ ਕਰਨੀ ਸ਼ੁਰੂ ਕਰਨੀ ਹੈ। ਇੰਪੀਚਮੈਂਟ ਤੇ ਆਹ ਹੀ ਕੁਝ ਚੱਲਣਾ। ਇਹਦੇ ਨਾਲ ਲੋਕਾਂ ਦੇ ਮਨ ਤੇ ਅਸਰ ਪੈਂਦਾ ਹੈ ਜੀ। ਹੁਣ ਬਹੁਤੀਆਂ ਗੱਲਾਂ ਜਿਹੜੀਆਂ ਲੋਕੀ ਸੋਚਦੇ ਨਹੀਂ, ਕਿਉਂਕਿ ਨਿਊਜ਼ ਦੇ ਵਿੱਚ ਨਹੀਂ ਉਹਨਾਂ ਬਾਰੇ ਓਪੀਨੀਅਨ ਨਹੀਂ ਦੇਣਗੇ। ਬਿਲਕੁਲ। ਅਸੀਂ ਜਦੋਂ ਹੁਣ ਨਾਈਜਰ ਬਾਰੇ ਲੋਕਾਂ ਨੂੰ ਪੁੱਛ ਕੇ ਦੇਖ ਲਓ, ਲੋਕੀ ਜਵਾਬ ਦੇਣਗੇ। ਤੇ ਇਦੋਂ ਪਹਿਲਾਂ 2 ਹਫ਼ਤੇ ਪਹਿਲਾਂ ਕਿਸੇ ਨੂੰ ਪੁੱਛ ਕੇ ਦੇਖ ਲੈਂਦੇ ਵੀ ਨਾਈਜਰ ਕਿੱਥੇ ਆ, ਕਿਸੇ ਨੂੰ ਨਹੀਂ ਪਤਾ ਸੀ। ਹੁਣ ਉਹਦੀ ਖਬਰ ਆਉਣ ਲੱਗ ਪਈ ਨਾ, ਹੁਣ ਲੋਕਾਂ ਨੂੰ ਪਤਾ, ਹੁਣ ਓਪੀਨੀਅਨ ਵੀ ਦੇਣਗੇ ਉਹਦਾ ਜੀ। ਪਰ ਪਹਿਲਾਂ ਇਹ ਵੀ ਨਹੀਂ ਪਤਾ ਹੋਣਾ ਵੀ ਦੇਸ਼ ਕਿੱਥੇ ਸੀ, ਨਾਮ ਹੀ ਨਹੀਂ ਸੁਣਿਆ ਹੁੰਦਾ ਕਿਸੇ ਨਾਮ। ਤੇ ਇਸੇ ਤਰ੍ਹਾਂ ਜਦੋਂ ਇਹ ਮੁੜ ਕੇ ਇਸੇ ਕਰਕੇ ਰਿਪਬਲਿਕਨ ਪਾਰਟੀ ਵਾਲੇ ਇੰਪੀਚਮੈਂਟ ਕਰਨ ਲੱਗੇ ਆ ਵੀ ਜਿਹੜੇ ਜਿੰਨਾ ਵੀ ਐਵੀਡੈਂਸ ਦੇ ਸਕਦੇ ਅਸੀਂ, ਉਹਨਾਂ ਨੂੰ ਪਤਾ ਵੀ ਇੰਪੀਚ ਨਹੀਂ ਹੋਣਾ। ਇੰਨੀ ਕੁ ਤਾਂ ਉਹਨਾਂ ਨੂੰ ਅਕਲ ਹੈਗੀ ਆ, ਇੰਪੀਚ ਨਹੀਂ ਕਰ ਸਕਦੇ। 2/3 ਬਹੁਮਤ ਹੈ ਨਹੀਂ ਉਹਨਾਂ ਤੋਂ ਸੈਨੇਟ ਦੇ ਵਿੱਚ ਜਿਹੜਾ ਚਾਹੀਦਾ ਹੈ। ਪਰ ਜੋ ਗੱਲਾਂ ਅਸੀਂ ਲੈ ਕੇ ਆਉਣੀਆਂ ਉੱਥੇ, ਜਿਨ੍ਹਾਂ ਦੀ ਦਿਨ ਰਾਤ ਡਿਸਕਸ਼ਨ ਹੋਣੀ ਹੈ, ਨਿਊਜ਼ ਤੇ ਆਉਣੀਆਂ ਹੈ, ਔਰ ਉਸ ਸਾਲ ਆਉਣੀ ਹੈ ਜਿਸ ਸਾਲ ਇਲੈਕਸ਼ਨ ਹੋਣੀ ਹੈ, ਉਹਦਾ ਲੋਕਾਂ ਦੇ ਮਨ ਤੇ ਅਸਰ ਪੈਂਦਾ। ਤੁਸੀਂ ਵੱਧ ਤੋਂ ਵੱਧ ਕੀ ਕਰ ਸਕਦੇ ਆ, ਜਿਹੜਾ ਬਹੁਤਾ ਡੈਮੇਜ ਹੋਣਾ ਆ ਜੋ ਬਾਈਡਨ ਨੂੰ, ਜਿਹੜੇ ਸਾਡੇ ਵਰਗੇ ਕੋਈ ਬੰਦੇ ਹੋਣਗੇ ਜਿਹੜੇ ਜੋ ਬਾਈਡਨ ਦੇ ਹਮਾਇਤੀ ਆ, ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਹਮਾਇਤੀ ਆ,
ਪਰ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਯਾਰ ਇਹ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਫਸੇ ਹੋਏ ਸੀ, ਇਹਨਾਂ ਨੇ ਮੁੰਡੇ ਨੂੰ ਬਚਾਉਣ ਲਈ ਕੀ ਕੁਛ ਕੀਤਾ। ਮੈਨੂੰ ਲੱਗਦਾ ਨਹੀਂ ਵੀ ਇਹ ਬੰਦਾ ਠੀਕ ਹੈ, ਜਾਂ ਮੈਨੂੰ ਏਜ ਨਹੀਂ ਇਹਦੀ ਠੀਕ ਲੱਗਦੀ, ਮੈਨੂੰ ਲੱਗਦਾ ਨਹੀਂ ਇਹ ਬੰਦਾ 4 ਸਾਲ ਰਹੂਗਾ, ਕਮਲਾ ਹੈਰਿਸ ਨੇ ਆ ਜਾਣਾ। ਉਹ ਬੰਦਾ ਸੋਚਦਾ ਚੱਲ ਮੈਂ ਵੋਟ ਪਾਉਣੀ ਨਹੀਂ ਹੈ, ਮੈਂ ਟਰੰਪ ਨੂੰ ਤਾਂ ਪਾਉਣੀ ਨਹੀਂ, ਮੈਂ ਜੋ ਬਾਈਡਨ ਨੂੰ ਵੀ ਨਹੀਂ ਪਾਉਣੀ। ਉਹ ਸਭ ਤੋਂ ਘਾਤਕ ਗੱਲ ਹੁੰਦੀ ਹੈ ਜਦੋਂ ਤੁਹਾਡਾ ਸਪੋਰਟਰ ਕਹਿੰਦਾ ਵੀ ਮੈਂ ਵੋਟ ਨਹੀਂ ਪਾਉਣ ਜਾਣਾ। ਉਹ ਘਰ ਬੈਠ ਗਿਆ, ਉਹਦੇ ਨਾਲ ਤੁਸੀਂ ਹਾਰ ਜਾਣਾ। ਸੋ ਇਹ ਜੋ ਬਾਈਡਨ ਲਈ ਸਭ ਤੋਂ ਵੱਧ ਖਤਰਾ ਇਹ ਆ ਜਿਹੜੇ ਇਹਨਾਂ ਦਾ ਸਪੋਰਟ ਗਰੁੱਪ ਆ ਜੀ, ਜੇ ਉਹਨਾਂ ਦੇ ਵਿੱਚੋਂ ਲੋਕੀ ਵੋਟ ਨਹੀਂ ਪਾਉਣ ਜਾਂਦੇ ਇਹਨਾਂ ਨੇ। ਕਿਉਂਕਿ ਜਿਹੜੇ ਟਰੰਪ ਦੇ ਸਪੋਰਟਰ ਆ ਨਾ, ਉਹ ਤਾਂ ਹੈਗੇ ਜਿਹਦਾ ਕਲਟ ਵਾਲੇ ਬਾਬਾ ਹੁੰਦੇ ਆ, ਬਾਬੇ ਨੂੰ ਫਾਲੋ ਕਰ ਦਿੰਦੇ ਆ। ਉਹ ਨੰਗੇ ਪੈਰੀ ਵੀ 에어ਪੋਰਟ ਤੇ ਜਾ ਜਾਂਦੇ ਆ, ਉਹ ਨੰਗੇ ਪੈਰੀ ਜਾਣ ਵਾਲੇ ਆ। ਜੋ ਬਾਈਡਨ ਦੇ ਇਦਾਂ ਦੇ ਨਹੀਂ ਜੀ, ਜਿੱਦਾਂ ਦੇ ਸਪੋਰਟਰ ਟਰੰਪ ਦੇ ਕੋਲ ਆ ਨਾ, ਬਾਬੇ। ਟਰੰਪ ਤਾਂ ਉਹਨਾਂ ਦਾ ਬਾਬਾ ਬਣਿਆ ਜੀ, ਤੇ ਉਹ ਬਾਬੇ ਨੂੰ ਤਾਂ ਦੇਖ ਲਓ, ਅਸ਼ੂਤੋਸ਼ ਨੂਰਮਹਿਲ ਉਹਦੀ ਲਾਸ਼ ਪਈ ਨੂੰ ਗਾਰਡ ਕਰੀ ਜਾਂਦੇ। ਜਿਹੜੇ ਬਾਬਿਆਂ ਨੂੰ ਮੰਨਦੇ ਆ ਉਹਨਾਂ ਦੀ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ। ਸੋ ਉਹਦੇ ਤਾਂ ਨੰਬਰ ਜਿਹੜੇ ਆ ਉਹ ਤਾਂ ਡੈਫੀਨਿਟ ਜਿੰਨੇ ਹੈਗੇ ਜਾਣੇ ਹੀ ਜਾਣੇ ਆ। ਸੱਚੇ ਸੌਦੇ ਵਾਲਾ ਜਿਵੇਂ ਉਹ ਇੰਨੇ ਕੇਸਾਂ ਦਾ ਜਿਹੜੇ ਸਾਬਤ ਹੋ ਗਏ ਆ, ਸਜ਼ਾ ਹੋ ਗਈ ਆ, ਉਹ ਕਹਿੰਦੇ ਮਹਾਰਾਜ ਨੇ ਨਾ ਦੁਨੀਆ ਦਾ ਭਾਰ ਆਪਦੇ ਤੇ ਲੈ ਕੇ ਤੇ ਫੇਰ ਇਹ ਕੀਤਾ ਹੈ, ਕਹਿੰਦੇ ਜੇਲ੍ਹ ਚ ਆਪ ਗਏ ਆ। ਉਹਨਾਂ ਨੇ ਕੋਈ ਨਾ ਕੋਈ ਰੈਸ਼ਨਲ, ਕੋਈ ਨਾ ਕੋਈ ਲੌਜਿਕ ਮਨ ਦੇ ਵਿੱਚ ਬਿਠਾ ਲੈਂਦੇ ਆ ਵੀ ਇਹਨਾਂ ਨੂੰ ਰੱਬ ਟੈਸਟ ਕਰ ਰਿਹਾ। ਹਾਂ ਬਿਲਕੁਲ, ਰੱਬ ਇਹਨਾਂ ਦਾ ਇਮਤਿਹਾਨ ਲੈ ਰਿਹਾ। ਜਿਹੜੇ ਟਰੰਪ ਦੇ ਫਾਲੋਅਰਸ ਆ, ਜਦੋਂ ਜਿਹੜਾ ਵੀ ਕੇਸ ਲੱਗਦਾ ਉਹਨਾਂ ਦੀ ਜਿਹੜੀ ਪਪੂਲੈਰਿਟੀ ਥੋੜੀ ਜਿਹੀ ਤਾਂ ਚੱਲ ਜਾਂਦੀ ਹੈ। ਇਸੇ ਕਰਕੇ ਦੁਖੀ ਹੋਏ ਨਾ। ਖਤਰਾ ਡੈਮੋਕ੍ਰੈਟਿਕ ਪਾਰਟੀ ਨੂੰ ਹੁਣ ਵੱਡਾ ਖਤਰਾ ਲੱਗਦਾ ਵੀ ਜੇ ਅਸੀਂ ਜੋ ਬਾਈਡਨ ਨੂੰ ਵੀ ਭੇਜ ਦਿੱਤਾ ਅਗਲੀ ਇਲੈਕਸ਼ਨ ਦੇ ਵਿੱਚ, ਇਹਦੇ ਤੇ ਜਿੱਦਾਂ ਦੇ ਚਾਰਜ ਲੱਗੇ ਹੰਟਰ ਬਾਈਡਨ ਤੇ, ਜੋ ਗੱਲਾਂ ਆ ਰਹੀਆਂ ਇਹਨਾਂ ਦੀ ਸਿਹਤ ਬਾਰੇ ਸਾਹਮਣੇ, ਫਿਰ ਕਮਲਾ ਹੈਰਿਸ ਦਾ ਕੋਈ ਐਸਟ ਨਹੀਂ ਵੀ ਜਿਹਦਾ ਕੋਈ ਫਾਇਦਾ ਹੋ ਜਾਵੇ ਜੀ। ਕਈ ਬੰਦੇ ਸੋਚਦੇ ਹੁੰਦੇ ਵੀ ਚਲੋ ਵਾਈਸ ਪ੍ਰੈਜ਼ੀਡੈਂਟ ਚੰਗਾ ਹੈ, ਵੀ ਵਾਈਸ ਪ੍ਰੈਜ਼ੀਡੈਂਟ ਉਦੋਂ ਵੀ ਮਾੜੀ ਹੈ। ਤੇ ਸਾਨੂੰ ਇਹ ਦੋਈ ਜੋੜੀ ਬਦਲਣੀ ਪੈਣੀ ਹੈ। ਜੇ ਉਹਨਾਂ ਦੀ ਚੱਲ ਜਾਵੇ ਤਾਂ ਪਤਾ ਨਹੀਂ, ਅਗਲੇ ਸਾਲ ਨੂੰ ਇਹ ਵੀ ਸੋਚਦੇ ਆ ਵੀ ਡੈਮੋਕ੍ਰੈਟਿਕ ਪਾਰਟੀ ਵਾਲੇ ਵੀ ਸਾਨੂੰ ਨੋਮੀਨੇਸ਼ਨ ਖੋਲਣੀ ਚਾਹੀਦੀ ਹੈ ਔਰ ਦੇਖਦੇ ਆ ਕਿ ਕੋਈ ਚੰਗਾ ਕੈਂਡੀਡੇਟ ਆ ਜਾਵੇ ਜਿਹਦੇ ਵਿੱਚ ਕਮ ਸੇ ਕਮ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਵੋਟਰਸ ਆ ਉਹ ਆ ਕੇ ਵੋਟ ਕਰਨ ਤੇ ਆਪਦਾ ਮਨ ਬਣਾ ਸਕਣ। ਹਾਂ, ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਵੋਟ ਜਿਹੜੀ ਆ ਉਹ ਜ਼ਿਆਦਾ ਆ ਅਮਰੀਕਾ ਦੇ ਵਿੱਚ, ਕਿਉਂਕਿ ਉਹਨਾਂ ਦੇ ਨਾਲ ਮਾਈਨੋਰਿਟੀਜ਼ ਨੇ, ਉਹਨਾਂ ਦੀ ਵਿਮਨਸ ਵੋਟਰਸ ਉਹਨਾਂ ਦੇ ਹੱਕ ਦੇ ਵਿੱਚ ਆ। ਮੈਨ ਆਬਵੀਅਸਲੀ ਉਹਨਾਂ ਦੇ ਵਿੱਚੋਂ ਸਰਟਨ ਪਰਸੈਂਟੇਜ ਮਰਦਾਂ ਦੀਆਂ ਵੋਟਾਂ ਜ਼ਿਆਦਾ ਰਿਪਬਲਿਕਨ ਨਾਲ ਆ, ਪਰ ਫਿਰ ਵੀ ਕਾਫੀ ਪਰਸੈਂਟ ਆ ਜਿਹੜੀ ਉਹਨਾਂ ਨੂੰ ਮਿਲਦੀ ਆ। ਵੱਡੀਆਂ ਸਿਟੀਜ਼ ਦੇ ਵਿੱਚ ਉਹਨਾਂ ਦੀ ਕਾਫੀ ਪਪੂਲੈਰਿਟੀ ਆ। ਸੋ ਜੇ ਹਾਰਨਾ ਹੈ ਤਾਂ ਜੋ ਬਾਈਡਨ ਤੇ ਕਮਲਾ ਹੈਰਿਸ ਕਰਕੇ ਹਾਰ ਸਕਦੇ ਆ। ਇਸ ਕਰਕੇ ਨਹੀਂ ਹਾਰ ਸਕਦੇ ਵੀ ਅਸੀਂ ਡੈਮੋਕ੍ਰੈਟਿਕ ਪਾਰਟੀ ਦੇ ਨਾਲ, ਕਿਉਂਕਿ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਜਦੋਂ ਇਹਨਾਂ ਨੇ ਸੈਨੇਟ ਜਿੱਤੀ ਆ ਉਦੋਂ ਵੇਵ ਆਈ ਸੀ ਜੀ ਆਹ ਨਹੀਂ ਹੋਣਾ ਉਹ ਨਹੀਂ ਹੋਣਾ, ਪਰ ਲੋਕੀ ਜਿੱਤ ਗਏ ਕਿਉਂਕਿ ਉਹਨਾਂ ਦੀਆਂ ਵੋਟਾਂ ਜ਼ਿਆਦਾ ਆ ਜੀ, ਜਿਹੜੀਆਂ ਕਿ ਰਿਪਬਲਿਕਨ ਪਾਰਟੀ ਦਾ ਵੋਟ ਬੈਂਕ ਘਟੀ ਜਾਂਦਾ ਹੈ। ਹਾਂ, ਉਹ ਜਿਹੜੇ ਉਹਨਾਂ ਦਾ ਵੋਟ ਬੈਂਕ ਘਟੀ ਤਾਂ ਜਾਂਦਾ, ਪਰ ਉਹ ਇੰਨੇ ਬਾਬੇ ਦੇ ਪਿੱਛੇ ਲੱਗੇ ਆ ਨਾ, ਉਹ ਵੋਟ ਜ਼ਰੂਰ ਪਾਉਣ ਜਾਣਗੇ ਭਾਵੇਂ ਤੁਹਾਡੇ ਨੰਬਰ ਘੱਟ ਵੀ ਹੋਣ, ਕਿਉਂਕਿ ਕੋਈ ਵੀ ਇਲੈਕਸ਼ਨ ਨਹੀਂ ਹੁੰਦੀ ਜਦੋਂ 50-52% ਤੋਂ ਜ਼ਿਆਦਾ ਲੋਕੀ ਜਾਂਦੇ ਆ। ਅੱਧੇ ਵੋਟਰ ਤਾਂ ਆਉਂਦੇ ਹੀ ਨਹੀਂ ਵੋਟ ਪਾਉਣ। ਹੁਣ ਉਹਨਾਂ ਦੇ ਵਿੱਚੋਂ ਵੀ ਤੁਹਾਡੇ 2-4% ਜਾਂਦੇ ਲੱਗਣ। ਨਾਰਮਲੀ ਜੇ 26% ਆਉਂਦੇ, ਤੁਹਾਡੇ 24 ਆਉਣ ਜੀ, ਤੁਸੀਂ ਜਾਂਦੇ ਲੱਗਣ। ਕਿਉਂਕਿ ਹਰ ਇੱਕ ਅਮਰੀਕਨ ਨਹੀਂ ਆਉਂਦਾ ਨਾ ਵੋਟ ਪਾਉਣ ਜੀ। ਤਕਰੀਬਨ ਅੱਧੇ ਇੱਕ ਅਮਰੀਕਨ ਤਾਂ ਅੱਕੇ ਪਏ ਆ ਦੋਹਾਂ ਧਿਰਾਂ ਤੋਂ ਕਿ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਆ, ਸਾਨੂੰ ਕੁਛ ਨਹੀਂ ਕਰਦੇ, ਤੇ ਉਹ ਉਹਨਾਂ ਨੇ ਵੋਟ ਪਾਉਣੀ ਛੱਡੀ ਹੈ। ਇਹ ਹਾਲਾਤ ਵਾਕਈ ਪਿਛਲੇ ਜਿਹੜੇ ਇਹ ਟਰਮ ਜਿਹੜੀ ਟਰੰਪ ਦੀ ਪਲੱਸ ਇਹਦੀ ਬਾਈਡਨ ਦੀ, ਇਹਦੇ ਵਿੱਚ ਹੀ ਪੈਦਾ ਹੋਏ। ਤੋਂ ਪਹਿਲਾਂ ਅਮਰੀਕਾ ਦੇ ਇਹੋ ਜਿਹੇ ਹਾਲਾਤ ਨਹੀਂ ਸੀ ਵੇਖੇ ਗਏ। ਉਦੋਂ ਤੁਸੀਂ ਕਹਿ ਲਓ ਇੰਨੀ ਐਨੀਮੋਸਿਟੀ ਨਹੀਂ ਸੀ, ਜਿੱਦਾਂ ਆਪਣੇ ਕਹਿੰਦੇ ਹੁੰਦੇ ਨਾ, ਜਿਹੜਾ
ਲੀਡਰ ਆਫ ਆਪੋਜੀਸ਼ਨ ਆ ਉਹ ਰਿਸਪੈਕਟੇਬਲ ਬੰਦਾ ਹੁੰਦਾ। ਪਹਿਲਾਂ ਸਭ ਤੋਂ ਪਹਿਲਾਂ ਰਿਸਪੈਕਟ ਉਹਨੂੰ ਦਿੰਦੇ ਆ ਜਿਹੜਾ ਲੀਡਰ ਆਫ ਆਪੋਜੀਸ਼ਨ ਹੈ। ਜੀ। ਸਾਡੇ ਹਾਊਸ ਆਫ ਕਾਮਨਸ ਦੇ ਵਿੱਚ ਸਭ ਤੋਂ ਪਹਿਲਾ ਸਵਾਲ ਜਿਹੜਾ ਆਪੋਜੀਸ਼ਨ ਲੀਡਰ ਦਾ ਹੁੰਦਾ, ਉਹਨੂੰ ਮਾਣ ਦੇਣ ਲਈ। ਤੇ ਜਿੱਦਾਂ ਸਟੇਟ ਡਿਨਰ ਹੋ ਰਿਹਾ ਹੈ, ਉੱਥੇ ਆਪੋਜੀਸ਼ਨ ਲੀਡਰ ਨੂੰ ਪਹਿਲਾਂ ਸੱਦਿਆ ਜਾਂਦਾ। ਪ੍ਰਾਈਮ ਮਿਨਿਸਟਰ ਦਾ ਬੈਠੇ ਹੋਣਗੇ, ਨਾਲ ਆਪੋਜੀਸ਼ਨ ਲੀਡਰ ਬੈਠਾ ਹੋਊਗਾ। ਇਹ ਰਿਸਪੈਕਟ ਆ। ਹਾਂ ਠੀਕ ਹੈ, ਸਾਡੇ ਜਿਹੜੇ ਪੋਲੀਟੀਕਲ ਡਿਫਰੈਂਸ ਆ ਉਹ ਤਾਂ ਹੁੰਦੇ ਹੀ ਆ, ਉਹ ਤਾਂ ਹੁੰਦਾ ਹੀ ਆ। ਇਹਦਾ ਕਰਕੇ ਜ਼ਾਤੀ ਥੋੜ੍ਹਾ ਸਾਡੀ ਕੋਈ ਇੱਕ ਦੂਜੇ ਨਾਲ। ਟਰੰਪ ਦੀ ਤਾਂ ਜੋ ਬਾਈਡਨ ਦੀ ਤਾਂ ਜਾਤੀ ਤੌਰ ਤੇ ਮੇਰਾ ਖਿਆਲ ਜੇ ਮਿਲਣ ਤਾਂ ਇਹ ਹੱਥ ਨਹੀਂ ਮਿਲਾਉਣਗੇ ਇੱਕ ਦੂਜੇ ਨੂੰ। ਬਿਲਕੁਲ ਇੰਨੀ ਐਨੀਮੋਸਿਟੀ। ਔਰ ਉਹਦਾ ਕਰਕੇ ਇਹਨਾਂ ਦੇ ਬੇਸ ਦੇ ਵਿੱਚ ਕੜੱਤਨ ਭਰ ਗਈ ਆ। ਪਿੱਛੇ ਜਾ ਇਹਨਾਂ ਨੇ ਇੱਕ ਸਰਵੇ ਕੀਤਾ, ਜਿਹੜੇ ਡੋਰਮਸ ਦੇ ਵਿੱਚ ਰਹਿੰਦੇ, ਡੋਰਮ ਸ਼ਬਦ ਯੂਜ਼ ਕਰਦੇ, ਜਿਹੜੇ ਵਿਦਿਆਰਥੀ ਜਾ ਕੇ ਯੂਨੀਵਰਸਿਟੀ ਦੇ ਵਿੱਚ ਕਮਰਿਆਂ ਦੇ ਵਿੱਚ ਰਹਿੰਦੇ ਨਾ, ਇਕੱਠੇ ਹੋਸਟਲ, ਜਿਹਨਾਂ ਨੂੰ ਇੰਡੀਆ 'ਚ ਹੋਸਟਲ ਕਹਿੰਦੇ ਹੁੰਦੇ, ਇੱਥੇ ਡੋਰਮਸ ਕਹਿੰਦੇ ਹੁੰਦੇ। ਤੇ ਉਹਨਾਂ ਨੂੰ ਪੁੱਛਿਆ ਗਿਆ, ਜਿਹੜੇ ਡੈਮੋਕ੍ਰੈਟਿਕ ਪਾਰਟੀ ਵਾਲੇ ਤੇ ਰਿਪਬਲਿਕਨ ਪਾਰਟੀ ਵਾਲੇ, ਵੀ ਤੁਸੀਂ ਦੱਸੋ ਵੀ ਤੁਹਾਡਾ ਜਿਹੜਾ ਰੂਮਮੇਟ ਆ ਉਹ ਦੂਸਰੀ ਪਾਰਟੀ ਦਾ ਹੋ ਸਕਦਾ ਜਾਂ ਨਹੀਂ। ਡੈਮੋਕ੍ਰੈਟਿਕ ਪਾਰਟੀ ਦੇ ਜ਼ਿਆਦਾ ਲੋਕੀ ਸੀ ਸਟੂਡੈਂਟ ਜਿਹੜੇ ਕਹਿੰਦੇ ਕਿ ਅਸੀਂ ਨਹੀਂ ਰਹਿ ਸਕਦੇ ਜੇ ਕੋਈ ਸਾਡਾ ਰੂਮਮੇਟ ਰਿਪਬਲਿਕਨ ਹੋਵੇ। ਜੀ। ਤੇ ਥੋੜੇ ਜਿਹਾ ਘੱਟ ਪਰਸੈਂਟੇਜ ਸੀਗੀ ਰਿਪਬਲਿਕਨ ਦੀ, ਜਿਨ੍ਹਾਂ ਨੇ ਕਿਹਾ ਕਿ ਮੈਂ ਨਹੀਂ ਰਹਿ ਸਕਦਾ ਜੇ ਮੇਰਾ ਰੂਮਮੇਟ ਡੈਮੋਕ੍ਰੈਟਿਕ ਪਾਰਟੀ ਦਾ ਹੋਵੇ। ਹੁਣ ਪਿੱਛੇ ਜਿਹੇ ਕਿਸੇ ਔਰਤ ਨੇ ਤਾਂ ਆਪਣੇ ਡਿਵੋਰਸ ਲਈ ਇਹ ਆਰਗੂਮੈਂਟ ਵਰਤੀ ਹੈ। ਉਹ ਕਹਿੰਦੀ ਕਿ ਮੇਰਾ ਜਿਹੜਾ ਹਸਬੈਂਡ ਆ ਉਹ ਟਰੰਪ ਦਾ ਸਪੋਰਟਰ ਆ, ਮੈਂ ਇਹਨਾਂ ਰਹਿ ਨਹੀਂ ਸਕਦੀ। ਬਿਲਕੁਲ। ਹੁਣ ਰਿਸ਼ਤਿਆਂ ਦੇ ਵਿੱਚ ਆ ਗਏ ਤੁਹਾਡੇ ਇੱਥੋਂ ਤਾਈਂ ਕਿ ਹਾਲਾਂਕਿ ਇਹ ਗੱਲਾਂ ਕੁਝ ਚਿਰ ਪਹਿਲਾਂ ਨਹੀਂ ਸੀ, ਇਸ ਲੈਵਲ ਤੇ ਨਹੀਂ ਸੀ। ਹਾਂ ਠੀਕ ਹੈ, ਲੋਕੀ ਡੈਮੋਕ੍ਰੈਟਿਕ ਪਾਰਟੀ ਨੂੰ, ਜਿਹੜਾ ਅਮਰੀਕਨ ਪੋਲੀਟੀਕਲ ਕਲਚਰ ਆ ਜੀ, ਇਹਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਸਪੋਰਟਰ ਆ ਉਹ ਹਮੇਸ਼ਾ ਡੈਮੋਕ੍ਰੈਟ ਨੂੰ ਵੋਟ ਪਾਉਣਗੇ, ਪੀੜ੍ਹੀ ਦਰ ਪੀੜ੍ਹੀ ਪਾਉਂਦੇ। ਇਦਾਂ ਨਹੀਂ ਵੀ ਜਿੱਦਾਂ ਕੈਨੇਡੀਅਨਸ ਪਾਉਂਦੇ ਆ, ਐਤਕੀ ਐਨਡੀਪੀ ਨੂੰ, ਅਗਲੀ ਵਾਰ ਨੂੰ BC ਲਿਬਰਲ ਨੂੰ, ਫਿਰ ਫਲਾਨੀ ਪਾਰਟੀ ਨੂੰ, ਫਿਰ ਫਲਾਨੀ ਪਾਰਟੀ ਨੂੰ। ਇਦਾਂ ਨਹੀਂ ਕਰਦੇ ਉਹ। ਤੁਹਾਨੂੰ ਪੱਕੇ ਬੰਦੇ ਮਿਲਣਗੇ ਜੀ। ਰਿਪਬਲਿਕਨ ਪਾਰਟੀ ਨੂੰ ਅੱਖਾਂ ਮੀਟ ਕੇ ਵੋਟ ਪਾਉਣੀ ਆ, ਡੈਮੋਕ੍ਰੈਟਿਕ ਪਾਰਟੀ ਨੂੰ ਅੱਖਾਂ ਮੀਟ ਕੇ ਵੋਟ ਪਾਉਣੀ ਆ। ਤੇ ਜੇ ਉਹ ਬੰਦੇ ਇੱਕ ਦੂਜੇ ਨੂੰ, ਇਹ ਸਟੂਡੈਂਟ, ਜਦੋਂ ਤੁਸੀਂ ਸਟੂਡੈਂਟ ਹੁੰਦੇ ਆ ਉਦੋਂ ਤਾਂ ਖੁੱਲੇ ਖਿਆਲ ਹੋਣੇ ਚਾਹੀਦੇ ਬੰਦੇ ਦੇ। ਬਿਲਕੁਲ। ਉਹ ਜ਼ਮਾਨਾ ਹੁੰਦਾ ਜਿਹਦੇ ਵਿੱਚ ਤੁਸੀਂ ਬਹਿਸ ਪਸੰਦ ਕਰਦੇ ਆ, ਵੀ ਮੇਰੇ ਆਈਡੀਆਜ਼, ਇਹਨਾਂ ਦੇ ਆਈਡੀਆਜ਼, ਅਸੀਂ ਇੱਕ ਦੂਜੇ ਨਾਲ ਬਹਿਸ ਕਰਦੇ ਆ ਕਿ ਦੇਖਦੇ ਆ ਵੀ ਕਿਹੜਾ ਜਿੱਤਦਾ ਆ। ਉਸ ਵੇਲੇ ਬੰਦਾ ਇਹ ਇੰਨਾ ਪੱਕਾ ਨਹੀਂ ਹੁੰਦਾ ਆਪਣੇ ਵਿਚਾਰਾਂ ਦੇ ਵਿੱਚ ਜਿੰਨਾ ਓਲਡ ਹੋ ਕੇ ਹੁੰਦਾ। ਕਹਿੰਦੇ ਹੁੰਦੇ ਬਾਰੇ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਨੇ। ਜਦੋਂ ਜ਼ਿਆਦਾ ਉਮਰ ਹੋ ਜਾਂਦੀ ਹੈ ਉਹ ਆਦਤਾਂ ਮਕਾਉਣੀਆਂ ਬੜੀਆਂ ਔਖੀਆਂ ਹੁੰਦੀਆਂ। ਹੁਣ ਸਟੂਡੈਂਟਸ ਕਹਿਣ ਵੀ ਅਸੀਂ ਬਿਲਕੁਲ ਜਿਹੜਾ ਦੂਜੀ ਪਾਰਟੀ ਦਾ ਉਹਨਾਂ ਰਹਿ ਹੀ ਨਹੀਂ ਸਕਦੇ। ਰਹਿਣਾ ਕਿੱਥੇ ਹੁੰਦਾ? ਤੁਸੀਂ ਦੱਸੋ, ਇੱਕ ਦੂਜੇ ਨਾਲ ਕੀ ਦੁਸ਼ਮਣੀ ਕੱਢਣੀ ਹੈ? ਬਿਲਕੁਲ। ਰਹਿਣਾ ਤਾਂ ਤੁਸੀਂ ਦੋਹਾਂ ਨੇ ਪੜ੍ਹਨਾ ਹੈ, ਤੁਸੀਂ ਦੋਹਾਂ ਨੇ ਇੱਕੋ ਜਿਹੀਆਂ ਕਲਾਸਾਂ ਲੈਣੀਆਂ, ਇੱਕੋ ਜਿਹੀ ਫੀਸ ਪੇ ਕਰਨੀ ਹੈ। ਤੁਸੀਂ ਹੋ ਸਕਦਾ ਵਧੀਆ ਦੋਸਤ ਹੋ, ਬਿਲਕੁਲ, ਭਾਵੇਂ ਵੱਖਰੀ ਪਾਰਟੀ ਦੇ ਵੀ ਹੋ, ਪਰ ਇਹ ਗੱਲ ਨਹੀਂ ਆ। ਹੁਣ ਤਾਂ ਤੁਸੀਂ ਦੇਖੋ ਪਰਿਵਾਰਾਂ ਦੇ ਵਿੱਚ ਉਹ ਕਹਿੰਦੇ ਹੁੰਦੇ ਆ ਵੀ, ਪਹਿਲਾਂ ਤਾਂ ਮਿਲਟਰੀ ਦੇ ਵਿੱਚ ਹੀ ਕਹਿੰਦੇ ਹੁੰਦੇ ਸੀ ਵੀ ਤੁਸੀਂ ਔਰਤਾਂ ਬਾਰੇ, ਪੋਲਿਟਿਕਸ ਬਾਰੇ, ਰਿਲੀਜਨ ਬਾਰੇ ਡਿਸਕਸ਼ਨ ਨਾ ਕਰਿਆ ਕਰੋ ਕਿਉਂਕਿ ਇਹ ਲੜਾਈ ਦਾ ਘਰ ਹੈ। ਹੁਣ ਜਦੋਂ ਥੈਂਕਸ ਗਿਵਿੰਗ ਆਉਂਦੀ ਆ ਅਮਰੀਕਾ ਦੇ ਵਿੱਚ, ਅਕਸਰ ਕਿਹਾ ਜਾਂਦਾ ਵੀ ਪੋਲਿਟਿਕਸ ਦੀ ਗੱਲ ਨਾ ਕਰਿਓ, ਖਾਸ ਤੌਰ ਤੇ ਰਿਪਬਲਿਕਨ ਤੇ ਡੈਮੋਕ੍ਰੈਟ ਦੀ ਕੋਈ ਇਸ਼ੂ ਨਾ ਆਵੇ, ਨਹੀਂ ਤਾਂ ਇੱਥੇ ਲੜਾਈ ਹੋ ਜਾਣੀ ਹੈ। ਹੁਣ ਤੱਕ ਨਾ ਇੱਕ ਅਮਰੀਕਨ ਪ੍ਰੈਜ਼ੀਡੈਂਟ ਦਾ ਇੱਕ ਇਹੋ ਜਿਹਾ ਚਮਕ ਸੀਗੀ ਵੀ ਲੋਕ ਹੋਰ ਪਾਸੇ ਦੇਖਦੇ ਨਹੀਂ ਸੀਗੇ, ਲੇਕਿਨ ਹੁਣ ਜਦੋਂ ਇਹ ਦੋਨੋਂ ਆ ਗਏ ਤੇ ਲੀਰਾਂ ਜਿਹੜੀਆਂ ਉਹ ਖੁੱਦ ਦੇ ਵਿੱਚੋਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ
ਵੀ ਇੱਥੇ ਵੀ ਇਹੀ ਕੁਝ ਹੁੰਦਾ ਹੈ ਜੋ ਅਸੀਂ ਬਾਹਰ ਦੇਖਦੇ ਸੀ, ਜੋ ਛੋਟੇ ਦੇਸ਼ਾਂ 'ਚ ਦੇਖਦੇ ਸੀ। ਸੋ ਡਾਕਟਰ ਸਾਹਿਬ ਚਲੋ ਅੱਜ ਦੇ ਵਿਚਾਰ ਦਾ ਸਮਾਂ ਵਿਚਾਰ ਦਾ ਸਮਾਂ ਹੋ ਗਿਆ ਜੀ, ਬਿਲਕੁਲ। ਸੋ ਡਾਕਟਰ ਸਾਹਿਬ ਅੱਜ ਦਾ ਵਿਚਾਰ ਹੈ ਜੀ, ਕੀ ਦੱਸਾਂ ਮੈਂ, ਦਿਲ ਪਾਗਲ ਏ ਦਿਲ ਪਾਗਲ ਸੀ। ਕੀ ਦੱਸਾਂ ਮੈਂ, ਦਿਲ ਪਾਗਲ ਏ ਦਿਲ ਪਾਗਲ ਸੀ, ਅੱਜ ਵੀ ਮੇਰਾ ਹਾਲ ਏ ਉਹ ਜਿਹੜਾ ਕੱਲ ਸੀ। ਹੱਸਦਿਆਂ ਹੱਸਦਿਆਂ ਅੱਖਾਂ ਦੇ ਵਿੱਚ ਅਥਰੂ ਆ ਗਏ, ਹੱਸਦਿਆਂ ਹੱਸਦਿਆਂ ਅੱਖਾਂ ਦੇ ਵਿੱਚ ਅਥਰੂ ਆ ਗਏ, ਵਿਛੜਨ ਵਾਲਿਆ ਨਾ ਮਿਲਦੋਂ ਤੇ ਚੰਗੀ ਗੱਲ ਸੀ, ਨਾ ਮਿਲਦੋਂ ਤਾਂ ਚੰਗੀ ਗੱਲ ਸੀ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਔਰ ਸਾਡੇ ਅੱਜ ਦੇ ਹਫਤੇ ਦਾ ਵੀ ਜਿਹੜਾ ਉਹ ਸਮਾਂ ਹੋ ਗਿਆ। ਹੁਣ ਇਸ ਤੋਂ ਬਾਅਦ ਸੋਮਵਾਰ ਨੂੰ ਫਿਰ ਡਾਕਟਰ ਸ਼ਿੰਦਰ ਪੁਰੇਵਾਲ ਜੀ ਦੇ ਨਾਲ ਹੋਰ ਨਵੀਆਂ ਖਬਰਾਂ, ਹੋਰ ਨਵੇਂ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ, ਵਿਚਾਰ ਚਰਚਾ ਕਰਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ, ਜਿਉਂਦੇ ਵਸਦੇ ਰਹੋ ਜੀ।